जन विघ्नन के नासक विघ्नन के नासक हर गोबिंद सुप सुमत प्रकाशक श्री हरि राय नमो कर जोरी नमो कर जोरी गुर हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह विसाला तरों तरा पर पुन पुन सीसा जी पुन पुन सीसा बंदो बार बार जगदीसा जिसमें अमृत ज्ञान है मानक भगत वैराग गुरु ग्रंथ साहिब उदद वंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक ओंकारा सतगुरु तिह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए। सतनाम श्री वाहिगुरु साहिब जी कबित सुधा की तरंगनी सी रोग भ्रम भंगनी है महाश्वेत रंगनी महान मन मानी है किदों यह हंसनी सी मानस वितंसनी है गुनीन पर संसनी सर्ब जग जानी है सुधा की तरंगनी सी रोग भ्रम भंगनी है। वाहिगुरु जी का खालसा वाहिगुरु जी की फतेह। भगत वत्सल पूर्ण अवतार पूर्ण परमेश्वर धन धन श्री गुरु नानक देव साहिब जी महाराज अमृत के दाते साहिब कमाल धन धन श्री गुरु गोबिंद सिंह साहिब जी महाराज दसे गुरु साहिबाना दी आत्मक जोत जागदी जोत चवर छत्र सिंघासन तख्त दे मालक धन धन श्री गुरु ग्रंथ साहिब जी महाराज गुरु प्यारे गुरु सवारी साध संगत जीओ आप जी वड्डियां भागां वाले वडभागी हो जो कि धन धन श्री गुरु ग्रंथ साहिब महाराज जी की पावन पवित्र हजूरी विच नतमस्तक हो करके गुरु अर्जन देव महाराज जी के पावन पवित्र दरबार विखे हाजरियां भर के गुरु महाराज जी की खुशियां प्राप्त कर रहे हो। गुरु जी की धुर की बाणी संध्या के समय सो दर रहरास साहिब के जाप हुए हैं अरदास हुई पावन पवित्र हुक्मनामे बख्श के गुरु महाराज जी ने संगतां नूं किरतार्थ किया है। गुरु जी की कृपा सदका जो आपां श्री गुरु नानक देव महाराज जी का पावन पवित्र इतिहास पढ़ सुन रहे हाँ उसका समा होया है। जिवें आप जी ने सरवण किया सी कि गुरु महाराज जी
ਜਦੋਂ ਸ਼ਾਦੀ ਕਰਕੇ ਸੁਲਤਾਨਪੁਰ ਆਏ, ਸੁਲਤਾਨਪੁਰ ਤੋਂ ਤਲਵੰਡੀ ਨਗਰ 'ਚ ਆਏ, ਬੜੇ ਵਾਜੇ ਆਦਿਕ ਦੀ ਆਵਾਜ਼ ਹੁੰਦੀ ਹੈ, ਤਰ੍ਹਾਂ ਤਰ੍ਹਾਂ ਦੇ ਵਾਜੇ ਵੱਜ ਰਹੇ ਹਨ। ਰਾਏ ਭੋਏ ਦੀ ਤਲਵੰਡੀ ਨਗਰੀ ਨੇ ਬੜੀ ਸਮੁੰਦਰ ਵਾਂਗ ਹੀ ਸ਼ੋਭਾ ਪਾਈ ਹੈ। ਲੋਕ ਬੜੇ ਤਿਆਰ ਹੋ ਕੇ ਬਾਹਰ ਨਿਕਲੇ ਦੇਖਣ ਲਈ, ਬੜਾ ਸਭ ਨੂੰ ਚਾਅ ਹੈ। ਬਹੁਤ ਖੁਸ਼ੀਆਂ ਮਨਾਈਆਂ ਗਈਆਂ। ਗੁਰੂ ਮਹਾਰਾਜ ਤਲਵੰਡੀ ਨਗਰ ਦੇ ਸੋਹਣੇ ਬਾਜ਼ਾਰਾਂ ਵਿੱਚ ਦੀ ਲੰਘਦੇ ਹੋਏ ਆਪਣੇ ਘਰ ਦੇ ਨੇੜੇ ਪਹੁੰਚੇ। ਮਾਤਾ ਤ੍ਰਿਪਤਾ ਜੀ, ਜਿਨ੍ਹਾਂ ਨੂੰ ਦਰਸ਼ਨਾਂ ਦੀ ਬੜੀ ਪਿਆਸ ਸੀ ਕਿ ਸਪੁੱਤਰ ਨੂੰਹ ਦੇ ਸਹਿਤ ਕਦੋਂ ਆਉਣ, ਆਏ ਦੇਖੇ ਹੈ। ਬੇਦੀ ਕੁਲ ਦੀਆਂ ਹੋਰ ਨਵ ਵਿਆਹੀਆਂ ਵਹੁਟੀਆਂ ਮਾਈਆਂ ਨਾਲ ਖੜੀਆਂ ਹਨ। ਗੁਰੂ ਜੀ ਜਦੋਂ ਦਰਬਾਰ ਪਾਵਾ ਆਪਣੇ ਘਰ ਵਿੱਚ ਪ੍ਰਵੇਸ਼ ਹੋਏ, ਮਾਤਾ ਜੀ ਨੇ ਸਾਰੀ ਚੰਗੇ ਸਗਨਾਂ ਦੀ ਰੀਤੀ ਕੀਤੀ, ਜੋ ਕੁਲ ਦੀ ਰੀਤੀ ਚੱਲਦੀ ਆ ਰਹੀ ਸੀ। ਪਾਣੀ ਆਦਿਕ ਵਾਰਿਆ, ਸਭ ਕੁਝ ਕੀਤਾ। ਮਹਾਰਾਜ ਜੀ ਜਦੋਂ ਪ੍ਰਵੇਸ਼ ਕੀਤਾ ਹੈ, ਮਾਤਾ ਜੀ ਮਿਲੇ ਗੁਰੂ ਮਹਾਰਾਜ ਜੀ ਨੂੰ, ਮਾਤਾ ਸੁਲੱਖਣੀ ਜੀ ਨੂੰ ਵੀ ਮਿਲੇ ਹੈ। ਆਪਣੀ ਨੂੰਹ ਦਾ ਦਰਸ਼ਨ ਕਰਕੇ, ਸਪੁੱਤਰ ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਕਰਕੇ ਮਾਤਾ ਜੀ ਦੇ ਬਹੁਤ ਚਾਅ ਚੜ੍ਹਿਆ ਹੈ। ਬੇਦੀ ਵੰਸ਼ ਦੀਆਂ ਹੋਰ ਭਾਈਚਾਰਾ ਆਦਿਕ ਵਧਾਈਆਂ ਦਿੰਦੇ ਕਿ ਮਾਤਾ ਤ੍ਰਿਪਤਾ ਜੀ ਤੁਹਾਨੂੰ ਵਧਾਈਆਂ ਹੋਣ, ਸਪੁੱਤਰ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਦੀ ਹੋਈ। ਨਾਲੇ ਮਾਤਾ ਸੁਲੱਖਣੀ ਜੀ ਨੂੰ ਦੇਖਦੇ ਹੈ, ਦੇਖ ਦੇਖ ਕੇ ਬੜਾ ਚਾਅ ਚੜ੍ਹਦਾ ਹੈ। ਅਸੀਸਾਂ ਦਿੰਦੀਆਂ ਹਨ ਨਵਾਈਆਂ। ਮਹਾਰਾਜ ਸਾਰੀ ਕਿਰਿਆ ਤੋਂ ਬਾਅਦ ਜਿਹੜੇ ਨਗਰ ਦੇ ਲੋਕ ਆਏ ਸੀ ਉਹਨਾਂ ਵਿੱਚ ਬੈਠੇ, ਸਭ ਨੂੰ ਆਨੰਦ ਕੁਸ਼ਲ ਪੁੱਛੀ ਹੈ। 4 ਘੜੀਆਂ ਬਹਿ ਕੇ ਗੁਰੂ ਜੀ ਦੀ ਆਗਿਆ ਪਾ ਕੇ ਵੀ ਚਲੇ ਗਏ। ਗੁਰੂ ਮਹਾਰਾਜ ਰਾਏ ਬੁਲਾਰ ਕੋ ਗਏ, ਉਸਨੇ ਬੜਾ ਆਨੰਦ ਮੰਨਿਆ ਹੈ। ਸਤਿਗੁਰੂ ਜੀ ਨੂੰ ਮਿਲਿਆ, ਘੁੱਟ ਕੇ ਜੱਫੀ ਪਾਈ ਹੈ। ਅੱਖਾਂ ਵਿੱਚ ਆਨੰਦ ਦਾ ਜਲ ਭਰ ਆਇਆ ਹੈ, ਪ੍ਰੇਮ ਦਾ। ਲੂੰ ਕੰਢੇ ਖੜੇ ਹੋ ਗਏ ਹੈ, ਕੁਝ ਕਹੇ ਬੋਲੇ ਨਹੀਂ ਹੈ, ਦੋਵੇਂ ਤਰਫਾਂ ਤੋਂ ਹੀ, ਪਰ ਉਹ ਪ੍ਰੇਮ ਦੀ ਹਾਲਤ ਜਾਣ ਲਈ ਹੈ। ਮਿਲ ਵਿਚਾਰ ਕੇ ਗੁਰੂ ਮਹਾਰਾਜ ਘਰ ਆ ਗਏ। ਅਗਲਾ ਰਾਤ ਵਿਸ਼ਰਾਮ ਕੀਤਾ। ਮਾਤਾ ਜੀ ਨੇ ਹੱਥੀਂ ਭੋਜਨ ਛਕਾਏ ਸੀ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸ਼ੌਚਾਚਾਰ ਇਸ਼ਨਾਨ ਕਰਕੇ ਸਮਾਧੀ ਲੈਣ ਤੋਂ ਬਾਅਦ ਦਿਨ ਚੜ੍ਹੇ। ਪੰਡਿਤ ਹਰਦਿਆਲ ਜੀ ਨੂੰ ਬੁਲਾਇਆ ਹੈ ਕੋਲ, ਦਾਸ ਨੂੰ ਕਹਿ ਕੇ ਉਸ ਨੂੰ ਕਿਹਾ ਵੀ ਜੋ ਤੁਸੀਂ ਚਾਹੁੰਦੇ ਹੋ ਮੰਗ ਲਓ। ਕਹਿੰਦੇ ਮਹਾਰਾਜ ਕੀ ਮੰਗਣਾ ਹੈ, ਸਭ ਕੁਝ ਪ੍ਰਾਪਤ ਹੋ ਗਿਆ। ਜਿਸ ਦਿਨ ਦਾ ਗਿਆਨ ਦਾ ਨਾਮ ਦਾ ਜਨੇਊ ਪਾ ਦਿੱਤਾ ਹਿਰਦੇ ਵਿੱਚ। ਮਹਾਰਾਜ ਬੜੇ ਖੁਸ਼ ਹੋਏ ਆ, ਫਿਰ ਪੈਸੇ ਦੇ ਦਿੱਤੇ ਆ। ਮੁੜ ਸੁਣ ਕੇ ਹਰਦਾਸ ਵੈਦ, ਗੋਪਾਲ ਪਾਂਧਾ, ਕੁਤਬੁੱਦੀਨ ਮੁੱਲਾ ਫਾਰਸੀ ਦਾ ਜੋ ਅਧਿਆਪਕ ਸੀ, ਉਹ ਵੀ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ। ਮੱਥਾ ਟੇਕਿਆ ਹੈ। ਫਿਰ ਕੋਈ ਧੀਰਜ ਰੱਖ ਕੇ ਬੋਲੇ ਹੈ, ਮਹਾਰਾਜ ਸੰਸਾਰ ਤੋਂ ਕੌਣ ਤਰ ਸਕਦਾ ਹੈ? ਇਹਦੇ ਅੱਗ ਦਾ ਸਮੁੰਦਰ ਹੈ ਸੰਸਾਰ। ਇਹਦੇ ਵਿੱਚ ਲੋਕ ਜੀਵ ਪੈ ਪੈ ਕੇ ਸੜ ਮੱਚ ਰਹੇ ਤੇ ਦੁੱਖ ਪਾ ਰਹੇ ਹਨ। ਤੁਸੀਂ ਮਹਾਰਾਜ ਨਾਮ ਰੂਪੀ ਪੁੱਲ ਨੂੰ ਬਣਾਉਣ ਵਾਸਤੇ ਅਵਤਾਰ ਧਾਰਨ ਕੀਤਾ ਹੈ। ਜਿਹੜੇ ਆ ਚੰਗੀ ਮੱਤ ਰੂਪੀ ਹੱਥਾਂ ਤੋਂ ਟੁੰਡੇ ਹੈ, ਸ਼ੁਭ ਕਰਮਾਂ ਦੇ ਚਰਨ ਜਿਨ੍ਹਾਂ ਦੇ ਨਹੀਂ ਹੈ ਪਿੰਗਲੇ ਹਨ। ਸੱਚਾ ਪਾਤਸ਼ਾਹ ਜਿਨ੍ਹਾਂ ਦੇ ਸ੍ਰੇਸ਼ਟ ਮੱਤ ਰੂਪੀ ਨੇਤਰ ਨਹੀਂ ਹੈ, ਸਮਦਮ ਰੂਪੀ ਹੱਥ ਨਹੀਂ ਹੈ, ਉਹ ਜਿਹੜੇ ਆਪ ਜੀ ਦੇ ਬਣਾਏ ਹੋਏ ਨਾਮ ਰੂਪੀ ਪੁੱਲ ਉੱਤੇ ਚੜ੍ਹ ਜਾਣਗੇ, ਉਹ ਸੁਖਾਲੇ ਪਾਰ ਹੋ ਜਾਣਗੇ। ਗੁਰੂ ਜੀ ਨੇ ਮਿਹਰ ਭਰੀ ਨਜ਼ਰ ਨਾਲ ਦੇਖਿਆ ਹੈ। ਹੋਰ ਅਵਸਥਾ ਪੱਕੀ ਹੋ ਗਈ, ਵਾਪਸ ਚਲੇ ਗਏ। ਸੁਲਤਾਨਪੁਰ ਦੇ ਜਿਹੜੇ ਪ੍ਰੇਮੀ ਪਿਆਰੇ ਗੁਰੂ ਜੀ ਦੇ ਨਾਲ ਬਾਲ ਸਕੇ ਲੰਗੋਟੀ ਯਾਰ, ਉਹ ਵੀ ਦੋਸਤ ਮਿਲਣ ਆਏ ਮਹਾਰਾਜ ਜੀ ਨੂੰ।
ਮਿਲ ਮਿਲ ਕੇ ਦਰਸ਼ਨ ਪਾਉਂਦੇ ਆ, ਸੁਖ ਪਾਉਂਦੇ ਹੈ। ਮਹਾਰਾਜ ਤਲਵੰਡੀ ਨਗਰ 'ਚ ਵਿਚਰ ਰਹੇ ਹਨ। ਅੱਗੇ ਜਿਵੇਂ ਪ੍ਰਸੰਗ ਆ ਰਿਹਾ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਵਾਓ ਸੀਸ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਸੁਦਾ ਕੀ ਤਰੰਗਨੀ ਸੀ, ਰੋਗ ਭ੍ਰਮ ਭੰਗਨੀ ਹੈ। ਭਾਈ ਸੰਤੋਖ ਸਿੰਘ ਜੀ 11 ਗੁਰੂ ਸਾਹਿਬਾਨਾਂ ਦੇ ਮੰਗਲ ਕੀਤੇ ਹਨ। ਪਹਿਲਾਂ 10 ਗੁਰੂ ਸਾਹਿਬਾਨਾਂ ਦੇ ਮੰਗਲ ਕੀਤੇ ਹੋ ਚੁੱਕੇ ਹੈ। ਹੁਣ ਜੋ 11ਵੇਂ ਗੁਰੂ ਸਿੱਖਾਂ ਦੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਉਸ ਦਾ ਮੰਗਲ ਕੀਤਾ ਹੈ ਕਿ ਜੋ ਪਰਮੇਸ਼ਰ ਦੀ ਧੁਰ ਕੀ ਬਾਣੀ, ਸੱਚ ਕੀ ਬਾਣੀ, ਅਕਾਲ ਕੀ ਬਾਣੀ, ਖਸਮ ਕੀ ਬਾਣੀ ਹੈ। ਮਹਾਨ ਹੈ ਗੁਰੂ ਕੀ ਬਾਣੀ, ਕਿਉਂਕਿ ਬਾਣੀਆਂ ਤੇ ਉਂਝ ਹੋਰ ਬਹੁਤ ਹੈ। ਉਂਝ ਤੇ 84 ਲੱਖ ਬਾਣੀਆਂ ਹਨ। ਕਿਵੇਂ 84 ਲੱਖ ਜੂਨ ਹੈ ਤੇ 84 ਲੱਖ ਜੂਨਾਂ ਦੀਆਂ ਆਵਾਜ਼ਾਂ ਹਨ, ਵੱਖੋ ਵੱਖਰੀਆਂ ਬੋਲੀਆਂ ਪਸ਼ੂਆਂ ਜੀਵਾਂ ਦੀਆਂ। ਤੇ ਉਹ ਜਿਹੜਾ ਕੋਈ ਵਚਨ ਵਿਲਾਸ ਆਪਣੀ ਆਵਾਜ਼ ਵਿੱਚ ਬੋਲਣਾ ਕਿਸੇ ਜੀਵ ਜੰਤੂ ਨੇ, ਇਹਨੂੰ ਬਾਣੀ ਕਿਹਾ ਜਾਂਦਾ ਹੈ। 84 ਲੱਖ ਬਾਣੀ ਹੈ। ਉਹ ਸਾਰੀ 84 ਲੱਖ ਬਾਣੀ ਤੋਂ ਉੱਪਰ ਹੋਰ ਗੁਣੀ ਪੁਰਸ਼ਾਂ ਦੀ ਬਾਣੀ ਹੈ। ਵੇਦਾਂ ਵਿੱਚ, ਪੁਰਾਣਾਂ ਵਿੱਚ, ਸਿਮਰਤੀਆਂ ਵਿੱਚ, ਕਿਤਾਬਾਂ ਵਿੱਚ, ਬਾਈਬਲਾਂ ਵਿੱਚ, ਇਹ ਸਭ ਜੋ ਲਿਖਿਆ ਇਹਨੂੰ ਬਾਣੀ ਕਿਹਾ ਜਾਂਦਾ ਹੈ। ਸਰਵੋਤਮ ਹੈ ਗੁਰੂ ਕੀ ਬਾਣੀ, ਸਭ ਤੋਂ ਉੱਪਰ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰਣਾ ਕੋਈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਓ ਸਾਰਿਗ ਪਾਣੀ। ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ। ਕਹਿਦੇ ਕੱਚੇ, ਸੁਣਦੇ ਕੱਚੇ, ਕੱਚੀ ਆਂਖ ਵਿਖਾਣੀ। ਗੁਰੂ ਮਹਾਰਾਜ ਜੀ ਤੋਂ ਬਿਨਾਂ ਜਿੰਨੀ ਵੀ ਕੋਈ ਬਾਣੀ ਹੈ, ਬੋਲ ਹੈ, ਉਹ ਕੱਚੇ ਹੈ। ਜਿਵੇਂ ਲੋਕ ਕਹਿ ਦਿੰਦੇ ਵੀ ਫਲਾਣਾ ਬਹੁਤ ਜੀ ਕਥਾ ਕਰਦਾ ਹੈ ਸੰਤ, ਤੇ ਉਹ ਗੁਰਬਾਣੀ ਦੇ ਪ੍ਰਮਾਣ ਕੁਝ ਹੁੰਦੇ ਨਹੀਂ ਹੈ, ਨਿੰਦਿਆ ਦੇ ਪ੍ਰਮਾਣ ਵਿੱਚ ਬੇਨਤੀ ਹੁੰਦੇ। ਮੈਂ ਉੱਥੇ ਗਿਆ, ਮੈਂ ਇੱਥੇ ਗਿਆ, ਮੈਨੂੰ ਫਲਾਣਾ ਮਿਲ ਗਿਆ, ਮੈਂ ਉਹਨੂੰ ਇਸ ਤਰ੍ਹਾਂ ਕਿਹਾ। ਫਿਰ ਮੈਂ ਦੱਸਿਆ ਉਹਨਾਂ ਨੂੰ, ਪਿੱਛੇ ਜੇ ਮੈਨੂੰ ਜਾਣ ਦਾ ਮੌਕਾ ਮਿਲਿਆ। ਉਹ ਜਿਹੜੀ ਕਥਾ ਉਹਨਾਂ ਦੀ ਇਸੇ ਤਰ੍ਹਾਂ ਲੰਘ ਜਾਂਦੀ ਹੈ, ਇੰਨੀਆਂ ਗੱਲਾਂ ਵਿੱਚ ਹੀ। ਉਹ ਲੋਕ ਕਹਿੰਦੇ ਵੀ ਕਥਾ ਹੋ ਰਹੀ ਹੈ ਅਤੇ ਬੜੀ ਸੰਗਤ ਲੱਖਾਂ ਨਾਲ ਬੈਠੀ ਹੁੰਦੀ ਹੈ, ਪਰ ਉਹ ਬਾਣੀ ਨਹੀਂ ਹੈ। ਜਿੱਥੇ ਗੁਰੂ ਦੀ ਬਾਣੀ, ਤੁਰਕੀ ਬਾਣੀ ਦੀ ਕਥਾ ਹੋਵੇ ਨਿਰੋਲ, ਉਹਨੂੰ ਕਥਾ ਕਿਹਾ ਜਾਂਦਾ, ਉਹਨੂੰ ਬਾਣੀ ਕਿਹਾ ਜਾਂਦਾ ਹੈ। ਬਾਕੀ ਬਾਣੀ ਕੋਈ ਬਾਣੀ ਨਹੀਂ। ਕਹਦੇ ਕੱਚੇ, ਸੁਣਦੇ ਕੱਚੇ। ਕਹਿਣ ਵਾਲੇ ਵੀ ਕੱਚੇ, ਸੁਣਨ ਵਾਲੇ ਬੈਠਾ ਟੋਲਾ ਵੀ ਕੱਚਿਆਂ ਦਾ। ਕੱਚੀ ਆਖ ਵਿਖਾਣੀ, ਕੱਚੀ ਆਖ ਆ ਕੇ ਦੱਸੀ ਜਾਂਦੇ। ਉਹ ਵਿਦਵਾਨ
ਸੰਤ ਲੋਕਾਂ ਦੇ ਬਣਾਏ ਹੋਏ। ਕਵੀ ਸਾਹਿਬ ਜੀ ਇੱਥੇ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਮੰਗਲ ਕਰ ਰਹੇ ਹਨ। ਉਪਮਾ ਦੱਸ ਰਹੇ ਹਨ ਕਿ ਜੋ ਸਤਿਗੁਰ ਜੀ ਕੀ ਬਾਣੀ ਹੈ, ਧੁਰ ਕੀ ਬਾਣੀ, ਖਸਮ ਕੀ ਬਾਣੀ, ਸੱਚ ਕੀ ਬਾਣੀ, ਅਕਾਲ ਕੀ ਬਾਣੀ, ਉਹ ਅੰਮ੍ਰਿਤ ਦੀ ਨਦੀ ਵਾਂਗ ਹੈ। ਅੰਮ੍ਰਿਤ ਦੀ ਕੀ ਖਾਸੀਅਤ ਹੈ ਕਿ ਅੰਮ੍ਰਿਤ ਜੇ ਕੋਈ ਮਰੇ ਬੰਦੇ ਦੇ ਮੂੰਹ 'ਚ ਪੈ ਜਾਵੇ ਤਾਂ ਜਿੰਦਾ ਹੋ ਜਾਂਦਾ ਹੈ। ਫਿਰ ਜੇ ਕੋਈ ਰੋਗੀ ਹੋਵੇ ਉਹਨੂੰ ਅੰਮ੍ਰਿਤ ਪਿਆ ਜਾਵੇ ਉਹ ਨਿਰੋਗੀ ਹੋ ਜਾਂਦਾ ਹੈ। ਸਭ ਤੋਂ ਵੱਡੀ ਖਾਸੀਅਤ ਖਾਸ ਅੰਮ੍ਰਿਤ ਵਿੱਚ ਗੱਲ ਕਿ ਜੇ ਜਿੰਦਾ ਬੰਦਾ ਨੂੰ ਪੀ ਲਵੇ ਤਾਂ ਉਹ ਅਮਰ ਹੋ ਜਾਂਦਾ, ਉਹ ਮਰਦਾ ਨਹੀਂ ਹੈ। ਇਹ ਤਿੰਨ ਅੰਮ੍ਰਿਤ ਵਿੱਚ ਖੂਬੀਆਂ ਹੈ ਖਾਸ। ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਉਹ ਅੰਮ੍ਰਿਤ ਦੀ ਨਦੀ ਵਾਂਗ ਹੈ। ਕਿਵੇਂ? ਉਧਰ ਤੇ ਹੈ ਵੀ ਜਿਹੜਾ ਮਰੇ ਦੇ ਮੂੰਹ 'ਚ ਪੈ ਜੇ ਜਿੰਦਾ ਹੋ ਜਾਂਦਾ ਹੈ। ਇੱਕ ਅਸੀਂ ਜੀਂਦੇ ਫਿਰਦੇ ਹਾਂ ਪਰ ਹੈ ਮਰੇ, ਜਮਾ ਹੀ ਮਰੇ ਰੱਬ ਵੱਲੋਂ। ਜਦੋਂ ਚੇਤੇ ਨਹੀਂ ਕਰਨਾ ਤੇ ਮਰਿਆ ਸਮਾਨ ਹੀ ਹੈ, ਜੀਵੰਦੜੋ ਮੋਇਓ ਹੈ। ਜੀਂਦੇ ਮਰੇ ਹੋਏ ਅਸੀਂ ਰੱਬ ਵੱਲੋਂ। ਤੇ ਜਿਹੜੇ ਗੁਰੂ ਦੀ ਬਾਣੀ ਪੜ੍ਹਦੇ ਹੈ, ਸੁਣਦੇ ਹਨ, ਫਿਰ ਉਹਦਾ ਮੰਨਣ ਕਰਦੇ ਹੈ, ਉਹਦੀ ਵਿਚਾਰ ਕਰਦੇ ਹੈ, ਨਿਧਿਆਸਣ ਕਮਾਈ ਕਰਦੇ ਹੈ, ਕੀਰਤਨ ਕਰਦੇ ਹੈ, ਗੁਰਬਾਣੀ ਦਾ ਕਥਾ ਕਰਦੇ ਹੈ, ਕਥਾ ਰੂਪ ਵਿੱਚ ਜਿਹੜੇ ਸੁਣਦੇ ਹਨ ਧਿਆਨ ਦੇ ਕੇ। ਤੇ ਉਹ ਜਿਹੜੇ ਰੱਬ ਵੱਲੋਂ ਮਰੇ ਹੋਏ ਆ ਉਹ ਸੁਣਨ ਪੜ੍ਹਨ ਵਾਲੇ ਫਿਰ ਜੀ ਪੈਂਦੇ ਰੱਬ ਵੱਲ। ਸੁਣ ਸੁਣ ਕੇ ਗਿਆਨ ਹੁੰਦਾ ਜਨਮ ਕਾਹਨੂੰ ਮਿਲਿਆ ਹੈ, ਫਿਰ ਉਹ ਜਾਗਦੇ ਹਨ, ਜੀਂਦੇ ਹੁੰਦੇ, ਇਵੇਂ ਜੀ ਪੈਂਦੇ ਹਨ। ਉਧਰ ਤੇ ਵੀ ਜਿਹੜਾ ਰੋਗੀ ਹੈ ਅੰਮ੍ਰਿਤ ਪਿਆ ਨਿਰੋਗੀ ਹੋ ਜਾਂਦਾ ਹੈ। ਜਿਹੜਾ ਬਾਣੀ ਰੂਪ ਅੰਮ੍ਰਿਤ ਨੂੰ ਚੱਖਦਾ ਹੈ, ਪੀਂਦਾ ਹੈ, ਸੁਣਦਾ ਹੈ, ਵਿਚਾਰਦਾ ਹੈ, ਕਮਾਈ ਕਰਦਾ ਹੈ, ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਰੋਗ ਬੜੇ ਤਗੜੇ ਹੈ ਇਹਨਾਂ ਤੋਂ ਨਿਰੋਗ ਹੋ ਜਾਂਦਾ ਹੈ। ਤੇ ਜਿਹੜੇ ਗੁਰਬਾਣੀ ਦੇ ਰੂਪੀ ਅੰਮ੍ਰਿਤ ਨੂੰ ਚੱਖਦੇ ਆ ਉਹ ਬ੍ਰਹਮ ਗਿਆਨੀ ਹੋ ਜਾਂਦੇ। ਤੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਸਦਾ ਜੀਂਦੇ ਮਰਦੇ ਨਹੀਂ ਹਨ, ਸਦਾ ਹੀ ਉਹ ਜਿਉਂਦੇ ਰਹਿੰਦੇ ਹੈ। ਉਹ ਬ੍ਰਹਮ ਗਿਆਨ ਕਾਹਦੇ ਨਾਲ ਹੋਣਾ? ਗੁਰਬਾਣੀ ਨਾਲ। ਇਵੇਂ ਗੁਰਬਾਣੀ ਵਿੱਚ ਵੀ ਮਹਾਨਤਾ ਜੀ ਦੇ ਕਰਕੇ ਭਾਈ ਗੁਰਬਾਣੀ ਸੱਚ ਦੀ, ਪਰਮੇਸ਼ਰ ਦੀ, ਗੁਰੂ ਦੀ ਆ ਨਦੀ ਵਾਂਗ ਹੈ ਅੰਮ੍ਰਿਤ ਦੀ। ਭਰਮ ਰੂਪੀ ਜਿਹੜਾ ਰੋਗ ਹੈ ਬੜਾ ਵੱਡਾ, 5 ਪ੍ਰਕਾਰ ਦੇ ਜਿਹੜੇ ਭਰਮ ਹੈ ਇਹਨਾਂ ਨੂੰ ਭੰਨਣ ਵਾਲੀ ਹੈ, ਇਹਨਾਂ ਨੂੰ ਨਾਸ਼ ਕਰਨ ਵਾਲੀ ਹੈ। 3 ਪ੍ਰਕਾਰ ਦੇ ਸੰਸ਼ਿਆਂ ਨੂੰ ਨਾਸ਼ ਕਰਨ ਵਾਲੀ ਹੈ। ਕਿਉਂਕਿ ਵੇਦ ਬਾਣੀ ਪੜ੍ਹੀਏ, ਕੁਰਾਨ ਬਾਣੀ ਪੜ੍ਹ ਲਈਏ, ਸ਼ਾਸਤਰ ਬਾਣੀ ਪੜ੍ਹ ਲਈਏ ਤੇ ਸੰਸਾ ਬਣ ਹੁੰਦਾ ਹੈ। ਬ੍ਰਹਮ ਕਾਂਡ ਜੋ ਵੇਦਾਂ ਵਿੱਚ ਉਹ ਤੇ ਮਹਾਨ ਹੈ, ਪਰ ਜਿਹੜਾ ਜਦੋਂ ਕਰਮ ਕਾਂਡ, ਉਪਾਸਨਾ ਕਾਂਡ ਪੜ੍ਹਾਂਗੇ ਤੇ ਸੰਸਾ ਬਣ ਆਉਂਦਾ ਹੈ, ਭਰਮ ਖੜਾ ਹੋ ਜਾਂਦਾ ਹੈ। ਤੇ ਜਿਹਦੇ ਕਰਕੇ ਗੁਰਬਾਣੀ ਵਿੱਚ ਜਦੋਂ ਵੀ ਪੜ੍ਹਾਂਗੇ ਕੋਈ ਸੰਸਾ ਨਹੀਂ ਹੋਊਗਾ, ਸੰਸੇ ਦਾ ਨਾਸ਼ ਹੋਊਗਾ। ਕਿਉਂਕਿ ਮੁਸਲਮਾਨਾਂ ਦੇ ਮਤ ਵਿੱਚ ਦੱਸਿਆ ਹੈ ਜਿਹੜਾ ਕਿ ਵੀ ਕੋਈ ਪੂਰਾ ਕੱਟੜ ਮੁਸਲਮਾਨ ਬਣ ਜਾਵੇ, ਉਹ ਜੋ ਮਰਜ਼ੀ ਕਰੀ ਕਰਾਈ ਜਾਵੇ, ਮਾੜੇ ਕੰਮ ਕਰੀ ਜਾਵੇ, ਬੇਈਮਾਨੀਆਂ ਕਰੀ ਜਾਵੇ, ਪਰ ਮੁਸਲਮਾਨ ਕੱਟੜ ਹੋਵੇ, ਸੁੰਨਤ ਕਰਾਈ ਹੋਵੇ, ਮੁੱਛਾਂ ਕਟਾਈਆਂ ਹੋਣ, ਕੱਟੜਵਾਦ ਰੱਖਦਾ ਹੋਵੇ, ਤੇ ਉਹਨੂੰ ਅਗਲੇ ਬੰਨੇ ਭਿਸਤ 'ਚ ਜਾ ਕੇ 72 ਹੂਰਾਂ ਮਿਲਦੀਆਂ ਹੈ। ਉਹ ਲਾਲਚ ਹੈ ਕਿ ਜਿਹਨੇ ਇੱਥੇ ਨਹੀਂ ਚੰਗਾ ਕੰਮ ਕੀਤਾ ਉਹਨੂੰ 72 ਹੂਰਾਂ ਕਿਵੇਂ ਮਿਲਣਗੀਆਂ ਉੱਥੇ। ਕਿਉਂਕਿ ਬਾਬਾ ਫਰੀਦ ਜੀ ਮੁਸਲਿਮ ਧਰਮ ਵਿੱਚੋਂ ਹੀ ਸਨ ਅਤੇ ਕਈ ਵਚਨ ਕੀਤਾ, ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਹਿ ਉਗਾਹਾ।
ਜਿਹੜੇ ਅਮਲ ਕੀਤੇ ਦੁਨੀ ਵਿੱਚ ਉਹੀ ਦਰਗਾਹ ਦੇ ਵਿੱਚ ਉਗਾਹੀ ਭਰਦੇ। ਪਰ ਉਹ ਪੜਾਂਗੇ ਤੇ ਕਵਾਂਗੇ ਵੀ ਮੁਸਲਮਾਨ ਬਣ ਜਾਈਏ, 72 ਹੂਰਾਂ ਅਗਲੇ ਬੰਨੇ ਮਿਲਣਗੀਆਂ, ਰਾਜ ਭਾਗ ਕਰਾਂਗੇ, ਆਨੰਦ ਮਾਣਾਂਗੇ ਭੋਗਾਂ ਦੇ, ਇਵੇਂ ਸੰਸਾ ਬਣ ਆਉਂਦਾ ਹੈ। ਮਹਾਰਾਜ ਜੀ ਦੀ ਜਿਹੜੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ, ਇਹ ਭਰਮ ਰੂਪੀ ਜਿਹੜਾ ਰੋਗ ਹੈ ਉਹਨੂੰ ਭੰਨਣ ਵਾਲੀ ਹੈ, ਨਾਸ ਕਰਨ ਵਾਲੀ ਹੈ, ਅੰਮ੍ਰਿਤ ਦੀ ਨਦੀ ਹੈ। ਮਹਾਸਵੇਤ ਰੰਗਨੀ ਮਹਾਨ ਮਨ ਮਾਨੀ ਹੈ। ਫਿਰ ਮਹਾਨੀ ਡਾਢੇ ਚਿੱਟੇ ਰੰਗ ਵਾਲੀ ਹੈ। ਕਿਵੇਂ? ਜਿਵੇਂ ਨਦੀ 'ਚ ਜਲ ਚਿੱਟਾ ਹੁੰਦਾ ਹੈ। ਇਹਦੇ ਵਿੱਚ ਸਤੋ ਗੁਣ ਰੂਪੀ ਜਿਹੜਾ ਉਜਲ ਚਿੱਟਾ ਰੰਗ ਹੈ। ਕੋਈ ਜਿਹੜਾ ਹੈ ਰਜੋਗੁਣੀ, ਤਮੋਗੁਣੀ, ਵੀ ਕ੍ਰੋਧ ਆ ਜੇ ਬਾਣੀ ਪੜ੍ਹ ਕੇ ਬੰਦਾ ਲਾਲਚੀ ਹੋ ਜੇ, ਇਹੋ ਜਿਹਾ ਕੁਝ ਨਹੀਂ ਹੈ ਗੁਰਬਾਣੀ ਵਿੱਚ। ਸਤੋ ਗੁਣੀ ਗਿਆਨਵਾਨ ਪੁਰਸ਼ ਹੋ ਜਾਂਦਾ ਹੈ, ਗਿਆਨੀ ਪੁਰਸ਼ ਹੋ ਜਾਂਦਾ ਗੁਰਬਾਣੀ ਪੜ੍ਹਨ ਵਾਲਾ, ਸ਼ਾਂਤ ਚਿੱਤ ਹੋ ਜਾਂਦਾ। ਗਿਆਨ ਨਾਮ ਸ਼ਾਂਤੀ ਦਾ ਹੈ। ਤੇ ਜੇ ਕੋਈ ਇਹੋ ਜਿਹਾ ਸ਼ਾਸਤਰ ਪੜ੍ਹ ਲਿਆ, ਕਾਮ ਸੂਤਰ ਵਰਗਾ ਸ਼ਾਸਤਰ, ਤਾਂ ਉਹਦੇ ਕਾਮ ਚੇਸ਼ਟਾ ਵੱਧ ਜਾਣੀ ਹੈ। ਤੇ ਜੇ ਕੋਈ ਰਾਜਨੀਤਿਕ ਪੜ੍ਹ ਲਿਆ ਗ੍ਰੰਥ, ਤੇ ਰਾਜਨੀਤੀ ਦੀ ਅੱਗ ਲੱਗ ਜਾਣੀ ਵੀ ਹੁਣ ਸਾਰੇ ਬੰਨੇ ਮੇਰਾ ਬੋਲ ਬਾਲਾ ਹੋਵੇ, ਮੈਂ ਮਲ ਲਵਾਂ ਲਾ ਕੇ। ਪਰ ਗੁਰਬਾਣੀ ਦੇ ਵਿੱਚ ਇਕਾਗਰਤਾ ਹੈ, ਸਤੋ ਗੁਣ ਬਖਸ਼ਿਆ ਹੈ ਮਹਾਰਾਜ ਜੀ ਨੇ, ਸ਼ੁੱਧ ਸਤੋ ਗੁਣ। ਫਿਰ ਸ਼ਾਂਤ ਚਿੱਤ ਰਹਿਣ ਦਾ ਸੁਭਾਅ ਬਖਸ਼ਿਆ ਹੈ, ਜਿਸ ਕਰਕੇ ਇਹ ਮਹਾਨ ਹੈ, ਚਿੱਟੇ ਰੰਗ ਵਾਲੀ, ਤੇ ਮਹਾਨ ਮਨ ਮਾਨੀ ਹੈ, ਮਨ ਨੂੰ ਬੜੀ ਪਿਆਰੀ ਲੱਗਣ ਵਾਲੀ ਹੈ, ਡਾਢੀ। ਕਿਦੋਂ ਯਹ ਹੰਸਨੀ ਸੀ ਮਾਨਸ ਵਿਤੰਸਨੀ ਹੈ। ਅਥਵਾ ਇਹ ਹੰਸਣੀ ਵਰਗੀ ਹੈ। ਤੇ ਮਾਨ ਸਰੋਵਰ ਨੂੰ ਜਿਵੇਂ ਹੰਸਣੀ ਹੁੰਦੀ ਹੈ, ਹੰਸ, ਤੇ ਮਾਨ ਸਰੋਵਰ ਨੂੰ ਵਿਤੰਸਣੀ ਕਹੀਏ, ਸਜਾਉਂਦੇ ਆ, ਫਬਾਉਂਦੇ ਹਨ ਹੰਸ। ਮਾਨ ਸਰੋਵਰ ਹੋਵੇ, ਹੰਸ ਨਾ ਹੋਣ, ਤੇ ਮਾਨ ਸਰੋਵਰ ਨਹੀਂ ਉਹ ਸਜਦਾ ਹੈ। ਕੋਠੀ ਬੜੀ ਤਗੜੀ ਪਈ ਹੋਵੇ, ਉਹਦੇ ਵਿੱਚ ਜੀ ਨਾ ਹੋਣ ਦੇ ਤਾਂ ਵੀ ਨਹੀਂ ਫੱਬਦੀ ਹੈ ਕੋਠੀ। ਮਾਨ ਸਰੋਵਰ ਹੈ ਬੜਾ ਸੋਭਾ ਵਾਲਾ, ਸੁੱਚੇ ਮੋਤੀਆਂ ਵਾਲਾ, ਹੰਸ ਨਾ ਹੋਣ ਤੇ ਫੱਬਦਾ ਨਹੀਂ ਹੈ। ਇਸੇ ਤਰ੍ਹਾਂ ਜਿਵੇਂ ਹੰਸਾਂ ਦੇ ਨਾਲ ਮਾਨ ਸਰੋਵਰ ਦੀ ਫਬਾਵਟ ਹੈ, ਸਜਾਵਟ ਹੈ, ਗੁਰਬਾਣੀ ਕੀ ਹੈ? ਹੰਸਣੀ ਵਾਂਗ ਹੈ। ਤੇ ਸਾਧ ਸੰਗਤ ਰੂਪੀ ਜਿਹੜਾ ਮਾਨ ਸਰੋਵਰ ਹੈ, ਤੇ ਹੁਣ ਇਹ ਸਜਦਾ ਕਿਵੇਂ ਹੈ? ਜਿਵੇਂ ਕੋਈ ਮਹਾਨ ਸੰਤ ਮਹਾਂਪੁਰਸ਼ ਉਹ ਗੁਰਬਾਣੀ ਦੀ ਕਥਾ ਵਿਚਾਰ, ਚੰਗਾ ਰਾਗੀ ਸਾਹਿਬਾਨ ਕੀਰਤਨ ਕਰੇ, ਤੇ ਉਹ ਜਿਹੜਾ ਸਾਧ ਸੰਗਤ ਰੂਪੀ ਮਾਨ ਸਰੋਵਰ ਹੈ ਉਹਨੂੰ ਸਜਾ ਦਿੰਦਾ ਹੈ। ਬਾਣੀ ਕਰਕੇ ਸਜਾਉਂਦਾ ਹੈ, ਗੱਲਾਂ ਨਾਲ ਤੇ ਸੰਗਤ ਨੂੰ ਸਜਾ ਨਹੀਂ ਸਕਦਾ ਕੋਈ। ਗੁਰਬਾਣੀ ਦੇ ਪ੍ਰਮਾਣ, ਗੁਰਬਾਣੀ ਦੀ ਕਥਾ ਸ਼ੁੱਧ ਹੋਊਗੀ ਤਾਂ ਸੰਗਤ ਦੀ ਸੋਭਾ ਬਣੂਗੀ, ਸੰਗਤ ਵੱਜੂਗੀ, ਸੰਗਤ ਸੁਣੂਗੀ। ਇਸ ਤਰ੍ਹਾਂ ਹੰਸਣੀ ਵਾਂਗ ਹੈ ਸਤਿਗੁਰ ਜੀ ਕੀ ਧੁਰ ਕੀ ਬਾਣੀ। ਸਾਧ ਸੰਗਤ ਰੂਪੀ ਜਿਹੜਾ ਮਾਨ ਸਰੋਵਰ ਹੈ ਉਹਨੂੰ ਫਬਾਉਣ ਵਾਲੀ ਹੈ, ਸਜਾਉਣ ਵਾਲੀ ਹੈ। ਗੁਣੀਨ ਪ੍ਰਸੰਸਨੀ ਸਰਬ ਜਗ ਮਾਨੀ ਹੈ। ਗੁਣੀ ਲੋਕਾਂ ਨੇ ਗੁਰਬਾਣੀ ਨੂੰ ਹੀ ਸਲਾਇਆ ਹੈ, ਪ੍ਰਸ਼ੰਸਾ ਕੀਤੀ, ਗੁਣ ਗਾਏ ਹੈ। ਗੁਣਾਂ ਵਿੱਚੋਂ ਵੀ ਇਹਦੀ ਪ੍ਰਸ਼ੰਸਾ ਕੀਤੀ, ਧੁਰ ਕੀ ਬਾਣੀ ਦੀ ਸਲਾਹੀ ਗਈ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵਟ ਅਵਰਣਾ। ਕੋਈ ਵੀ ਗੁਰਬਾਣੀ ਵਰਗਾ ਕੋਈ ਨਹੀਂ ਹੈ, ਮਹਾਰਾਜ ਜੀ ਦਾ ਬਚਨ ਵੀ ਹੈ। ਫਿਰ ਸਰਬ ਜਗ ਜਾਨੀ ਹੈ, ਸਾਰੇ ਜਗਤ ਵਿੱਚ ਵੀ ਜਾਣੀ ਗਈ ਹੈ। ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਅਰਜਨ ਪ੍ਰਤੱਖ ਹਰ ਪਰਮੇਸ਼ਰ ਰੂਪ ਹੁੰਦਿਆਂ ਹੋਇਆਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੀੜਾ ਸਾਹਿਬ ਦੇ ਉੱਪਰ ਸਜਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਸਾਹਿਬ ਜੀ ਗੁਰਬਾਣੀ ਪੜ੍ਹਦੇ, ਹੁਕਮਨਾਮਾ ਲੈਂਦੇ, ਮਹਾਰਾਜ ਨੇ ਚੌਰ ਸਾਹਿਬ ਕੀਤਾ।
ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਕੋਠਾ ਸਾਹਿਬ ਜੋ ਗੁਰੂ ਦਾ ਦੁਆਰਾ ਸਥਾਨ ਹੈ ਮਹਾਰਾਜ ਜੀ ਦਾ, ਉੱਥੇ ਸੁੱਖ ਆਸਣਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬਿਰਾਜਮਾਨ ਕੀਤਾ ਤੇ ਆਪ ਸੱਚੇ ਪਾਤਸ਼ਾਹ ਜੀ ਉਸ ਪਲੰਗ ਦੇ ਥੱਲੇ ਹੇਠਾਂ ਚਾਦਰਾ ਵਿਛਾ ਕੇ ਤੇ ਮਹਾਰਾਜ ਬਿਰਾਜਦੇ ਰਹੇ। ਸਤਿਕਾਰ ਕੀਤਾ ਬਾਣੀ ਦਾ। ਜੱਗ ਵਿੱਚ ਇਵੇਂ ਜਾਣੀ ਗਈ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਨੂੰ ਸਮੇਂ ਦੀ ਹਕੂਮਤ ਨਾ ਝੁਕਾ ਸਕੀ, ਪਰ ਆਪਣਾ ਸੀਸ ਝੁਕਾਇਆ ਤੇ ਕਿਹਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹ ਬਚਨ ਕੀਤਾ। ਇਵੇਂ ਗੁਰੂ ਮਹਾਰਾਜ ਜੀ ਨੇ ਬਾਣੀ ਨਾਲ ਸਤਿਕਾਰ ਕੀਤਾ। ਗੁਰੂ ਹਰਿ ਰਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਰਾਜਮਾਨ ਸਨ। ਸੰਗਤਾਂ ਗੁਰਬਾਣੀ ਦੇ ਸ਼ਬਦ ਪੜ੍ਹਦੀਆਂ ਆ ਰਹੀਆਂ ਸਨ। ਕੀਰਤਪੁਰ ਸਾਹਿਬ ਗੁਰੂ ਜੀ ਬੜੇ ਹੜਬੜਾਈ ਨਾਲ ਉੱਠੇ ਹੈ, ਛੇਤੀ ਨਾਲ ਉੱਠੇ। ਜਿਹੜਾ ਗੋਡਾ ਸਤਿਗੁਰ ਜੀ ਦਾ ਉਹ ਮੰਜੇ ਦੀ ਚੂਲ ਨਾਲ ਬੜੇ ਜ਼ੋਰ ਦੀ ਵੱਜਾ, ਜਿਹਦੇ ਕਰਕੇ ਗੁਰੂ ਜੀ ਦੇ ਉਸ ਗੋਡੇ ਦੇ ਉੱਪਰ ਸੱਟ ਆ ਗਈ। ਸੰਗਤਾਂ ਨੇ ਪੁੱਛਿਆ, ਮਹਾਰਾਜ ਇੱਦਾਂ ਕਿਉਂ ਕੀਤਾ? ਗੁਰਬਾਣੀ ਵੀ ਤੁਹਾਡੀ ਹੈ, ਤੁਹਾਨੂੰ ਤਾਂ ਇਵੇਂ ਨਹੀਂ ਸੀ ਕਰਨਾ ਚਾਹੀਦਾ। ਗੁਰੂ ਮਹਾਰਾਜ ਕਹਿੰਦੇ, ਭਾਈ ਬਾਣੀ ਦੇ ਸਤੁਲ ਨਹੀਂ ਹੈ ਕੋਈ। ਇਹ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਉਚਾਰਨ ਕੀਤੀ ਹੈ ਤੇ ਬਾਣੀ ਤੇ ਮਹਾਨ ਹੈ। ਜਿਹੜਾ ਬਾਣੀ ਦਾ ਸਤਿਕਾਰ ਕਰੂ ਉਹ ਮਹਾਨ ਹੈ, ਉਹਦਾ ਵੀ ਸਤਿਕਾਰ ਹੈ। ਜਿਨ ਪੈ ਅਦਬ ਨਾ ਬਾਣੀ ਧਾਰਾ, ਜਨ ਹੋ ਸੋ ਸਿੱਖ ਨਹੀਂ ਹਮਾਰਾ। ਗੁਰੂ ਹਰਿ ਰਾਏ ਮਹਾਰਾਜ ਨੇ ਬਚਨ ਕਿਹਾ ਸੀ ਵੀ ਜਿਹਨੇ ਗੁਰਬਾਣੀ ਦਾ ਭੈ ਅਦਬ ਨਹੀਂ ਨਾ ਕੀਤਾ ਉਹ ਸਾਡਾ ਸਿੱਖ ਹੀ ਨਹੀਂ ਹੈ, ਕਿਉਂਕਿ ਜੋ ਸਤਿਕਾਰ ਨਹੀਂ ਕਰਦਾ ਗੁਰੂ ਜੀ ਦੀ ਬਾਣੀ ਦਾ ਤੇ ਕੀ ਸਿੱਖ ਹੈ। ਇਵੇਂ ਮਹਾਰਾਜ ਜੀ ਨੇ ਵੀ ਜਾਣਿਆ ਹੈ ਬਾਣੀ ਨੂੰ ਮਹਾਨ। ਜਗਤ ਵਿੱਚ ਮਹਾਨ ਜਾਣੀ ਗਈ ਹੈ ਗੁਰੂ ਜੀ ਕੀ ਬਾਣੀ। ਕਿਦੋਂ ਚੰਦ ਚਾਂਦਨੀ ਸੀ ਮੋਹ ਕਾਮ ਮੰਦਨੀ ਹੈ। ਅਥਵਾ ਫਿਰ ਚੰਦਰਮਾ ਦੀ ਚਾਂਦਨੀ ਵਰਗੀ ਹੈ ਗੁਰਬਾਣੀ। ਜਿਵੇਂ ਚੰਦਰਮਾ ਦੀਆਂ ਕਿਰਨਾਂ ਬੜੀਆਂ ਠੰਡੀਆਂ ਸ਼ਾਂਤ ਹਨ, ਉਹ ਰਾਤ ਨੂੰ ਚੰਦਰਮਾ ਦੀਆਂ ਕਿਰਨਾਂ ਨਾਲ ਹੀ ਸਾਧ ਸੰਗਤ ਜੀ ਅੰਨ ਵਿੱਚ ਮਿਠਾਸ ਭਰਦੀ, ਅੰਨ ਵਿੱਚ ਸ਼ਕਤੀ ਆਉਂਦੀ ਹੈ, ਠੰਡ ਪਾਉਂਦੀ ਹੈ। ਅਤੇ ਜਿਹੜੀਆਂ ਸੂਰਜ ਦੀਆਂ ਕਿਰਨਾਂ ਹੈ, ਜਿਹੜੀ ਸੂਰਜ ਦਾ ਪ੍ਰਕਾਸ਼ ਉਹ ਤਪਸ਼ ਵਾਲਾ ਹੈ। ਮਹਾਰਾਜ ਜੀ ਦੀ ਬਾਣੀ ਚੰਦਰਮਾ ਦੀ ਚਾਂਦਨੀ ਵਾਂਗ ਸੀਤਲ ਹੈ ਅਤੇ ਜਿਹੜਾ ਮੋਹ ਰੂਪੀ ਤਪਸ਼ ਹੈ ਉਹਨੂੰ ਮੰਦਨੀ ਮੰਦ ਕਰ ਦੇਣ ਵਾਲੀ ਹੈ। ਜਿਹੜਾ ਮੋਹ ਬੜਾ ਸਾੜਦਾ ਮਨੁੱਖ ਨੂੰ, ਏਤ ਮੋਹੇ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਜਿਨ੍ਹਾਂ ਨੇ ਗੁਰੂ ਜੀ ਦੇ ਮੁਖ ਤੋਂ ਨਿਕਲੀ ਹੋਈ ਬਾਣੀ ਸੁਣੀ ਆ, ਉਤਰੇ ਪਾਰ। ਉਹਨਾਂ ਨੂੰ ਨਹੀਂ ਕੋਈ ਦੁੱਖ, ਉਹਨਾਂ ਨੂੰ ਨਹੀਂ ਕੋਈ ਮੋਹ ਹੈਗਾ, ਉਹ ਘੱਟ ਹੀ ਅਥਰੂ ਘੇਰਦੇ ਹੈ। ਆਮ ਮਨੁੱਖ ਮਾੜੀ ਮਾੜੀ ਗੱਲ 'ਤੇ, ਛੋਟੀ ਛੋਟੀ ਗੱਲ 'ਤੇ ਅਥਰੂ ਘੇਰਦੇ ਹੈ। ਬੜੀ ਤਪਸ਼, ਬੜਾ ਦੁੱਖ ਹੈ ਉਹਨਾਂ ਨੂੰ ਮੋਹ ਦਾ। ਜਿਹੜੇ ਗੁਰੂ ਕੀ ਬਾਣੀ ਦੇ ਨਾਲ ਜੁੜੇ ਹੈ ਉਹਨਾਂ ਨੂੰ ਚੰਦਰਮਾ ਦੀ ਚਾਂਦਨੀ ਵਾਂਗ ਸੀਤਲਤਾ ਬਖਸ਼ਣ ਵਾਲੀ ਹੈ। ਉਹ ਮੋਹ ਦੇ ਵਿੱਚ, ਮੋਹ ਦੀ ਤਪਸ਼ ਵਿੱਚ ਨਹੀਂ ਸੜਦੇ ਮੱਚਦੇ ਗੁਰਮੁਖ। ਹਿਰਦੇ ਕੀ ਆਨੰਦਨੀ ਸਦੀਵ ਸੁਖਦਾਨੀ ਹੈ। ਫਿਰ ਹਿਰਦੇ ਨੂੰ ਆਨੰਦ ਦੇਣ ਵਾਲੀ ਹੈ। ਜਿਹੜੇ ਗੁਰਬਾਣੀ ਪੜ੍ਹਦੇ ਉਹਨਾਂ ਦਾ ਜਿਹੜਾ ਹਿਰਦਾ ਖਿੜਿਆ ਰਹਿੰਦਾ ਹੈ। ਅਸੀਂ ਬਾਣੀ ਤਾਂ ਪੜ੍ਹਦੇ ਹਾਂ ਪਰ ਸਾਡਾ ਹਿਰਦਾ ਕੋਈ ਨਹੀਂ ਖਿੜਦਾ। ਅਸੀਂ ਸੁਣਦੇ ਵੀ ਹਾਂ, ਸਾਡਾ ਹਿਰਦਾ ਕੋਈ ਨਹੀਂ ਖਿੜਦਾ। ਕਮੀ ਕੀ ਹੈ? ਮਹਾਰਾਜ ਜੀ ਦੀ ਬਾਣੀ ਜਿਹੜੀ ਉਹਦੇ ਵਿੱਚ ਸਾਡਾ ਇੱਕ ਧਿਆਨ ਨਹੀਂ ਹੈ। ਜਿਹੜੇ ਅੱਖਰਾਂ ਦੇ ਅਰਥਾਂ ਦਾ ਗਿਆਨ ਵੀ ਹੋ ਜੇ ਤੇ ਤਾਂ ਵੀ ਸ਼ਾਂਤੀ ਨਹੀਂ ਆਉਂਦੀ ਸਾਧ ਸੰਗਤ ਜੀ। ਇਹ ਗੱਲ ਯਾਦ ਰੱਖਣ ਯੋਗ ਹੈ। ਜਿਵੇਂ ਵਿਦਵਾਨ ਲੋਕ ਕਥਾ ਕਰਦੇ ਆ, ਸਾਨੂੰ ਭਰਮ ਹੁੰਦਾ ਵੀ ਲੱਗਦਾ ਵੀ ਇਹ ਪਹੁੰਚਿਆ ਹੋਇਆ, ਇਹਨੂੰ ਠੰਡ ਪੈ ਗਈ ਹੋਣੀ ਹੈ। ਕੋਈ ਠੰਡ ਨਹੀਂ ਇਹਨੂੰ ਪਈ ਹੁੰਦੀ, ਸ਼ਾਂਤੀ ਕੋਈ ਨਹੀਂ ਹੈ। ਹਿਰਦੇ ਨੂੰ ਆਨੰਦ ਦੇਣ ਵਾਲੀ ਹੈ ਬਾਣੀ, ਪਰ ਜਿਨ੍ਹਾਂ ਦੇ ਵਿਚਾਰ ਕਰਕੇ ਨਿਧਿਆਸਣ ਕਮਾਈ ਕੀਤੀ ਉਹਨਾਂ ਨੂੰ ਆਨੰਦ ਦੇਣ ਵਾਲੀ ਹੈ ਮਹਾਰਾਜ ਜੀ ਦੀ ਬਾਣੀ। ਕੈਸਾ ਆਨੰਦ ਹੈ ਉਹਨਾਂ ਅੰਦਰ। ਕੋਈ ਵੀ ਬਿਪਤਾ ਆ ਜਾਏ ਉਹ ਗੁਰੂ ਦੀ ਬਾਣੀ ਨੂੰ ਵਿਚਾਰ ਕੇ ਚਿੰਤਾ ਘੱਟ ਕਰਦੇ ਹੈ ਵੀ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਵੀ ਚਿੰਤਾ ਤਾਂ ਕਰ ਜੇ ਮਹਾਰਾਜ ਕਹਿੰਦੇ ਅਣਹੋਣੀ ਹੋਈ ਹੋਵੇ, ਚਿੰਤਾ ਤਾਂ ਕਿ ਕੀਜੀਏ ਜੇ ਅਣਹੋਣੀ ਹੋਏ।
ਵੀ ਜੇ ਤੇਰੇ ਨਾਲ ਕੋਈ ਅਣਹੋਂਦੀ ਗੱਲ ਹੋਊਗੀ ਜਿਹੜੀ ਅੱਜ ਤੱਕ ਨਹੀਂ ਕਿਸੇ ਨਾਲ ਹੋਈ ਸੀ, ਇਹਦੇ ਸਦਾ ਹੀ ਹੁੰਦੀਆਂ ਆਈਆਂ ਹੈ, ਅਤੇ ਫਿਰ ਉਹ ਸਹਾਰਾ ਲੈ ਕੇ ਤੇ ਖੁਸ਼ ਹੋ ਜਾਂਦੇ ਹੈ। ਆਨੰਦ ਦੇ ਦਿੰਦੀ ਬਾਣੀ ਉਹਨਾਂ ਨੂੰ। ਜਦੋਂ ਗੁਰੂ ਜੀ ਇਹ ਬਚਨ ਸੁਣਾ ਦਿੰਦੇ ਆ ਵੀ ਪਾਖਣ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਾਹੀ, ਵੀ ਭਾਈ ਤੂੰ ਕੋ ਫਿਕਰ ਕਰਦਾ ਹੈ ਪ੍ਰਸ਼ਾਦੇ ਭੋਜਨ ਦਾ। ਉਹ ਪਰਮੇਸ਼ਰ ਪੱਥਰ ਵਿੱਚ ਜਿਹੜਾ ਕੀੜਾ ਜਿਹਨੂੰ ਕੋਈ ਰਾਹ ਨਹੀਂ ਉਹਨੂੰ ਦੇ ਰਿਹਾ, ਤੂੰ ਕੋਈ ਚਿੰਤਾ ਕਰਦਾ, ਤੂੰ ਤੇ ਬਾਹਰ ਤੁਰਿਆ ਫਿਰ ਰਿਹਾ, ਤੈਨੂੰ ਤਾਂ ਸਾਰੀ ਦੁਨੀਆ ਵੇਖ ਰਹੀ ਹੈ, ਕਿਤੇ ਨਾ ਕਿਤੇ ਤੈਨੂੰ ਜੁੜ ਜਾਊਗੀ। ਉਹ ਕਮੀ ਕੀ ਨਾ ਜੁੜਨ ਦੀ, ਜਿਹੜੇ ਗੁਰੂ ਦਾ ਆਸਰਾ ਨਹੀਂ ਹੈ। ਉੱਦਾਂ ਜਿਹੜਾ ਤੁਰੇ ਫਿਰਨਾ ਕੰਗਲੇ ਕੰਗਾਲ ਹੋ ਕੇ, ਨਾ ਗੁਰੂ ਨੂੰ ਚੇਤੇ ਕਰਨਾ, ਨਾ ਕਿਤੇ ਮੱਥਾ ਟੇਕਣਾ, ਫਿਰ ਉੱਥੇ ਮਹਾਰਾਜ ਵੀ ਕੀ ਕਰੇ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਜਦੋਂ ਸਿੱਖ ਦੀ ਕਮੀ ਹੈ ਤੇ ਗੁਰੂ ਵੀ ਉੱਥੇ ਕੀ ਕਰਨ, ਕਰ ਤੇ ਸਕਦੇ ਹੀ ਹੈ, ਪਰ ਸਿੱਖ ਦੀ ਕਮੀ ਹੈ। ਵਿਗੜੇ ਤਿਗੜੇ ਹੋਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ ਹਿਰਦੇ ਨੂੰ ਆਨੰਦ ਦੇਣ ਵਾਲੀ ਹੈ, ਸਦਾ ਹੀ ਸੁੱਖ ਦੇਣ ਵਾਲੀ ਹੈ, ਸੁੱਖਾਂ ਦੀ ਦਾਤੀ ਹੈ ਗੁਰੂ ਕੀ ਬਾਣੀ। ਪ੍ਰੇਮ ਪਟਰਾ ਨਿਸਿਆਨੀ ਗਿਆਨ ਕੀ ਜਨਨ ਜਾਣੇ। ਪ੍ਰੇਮ ਰੂਪੀ ਜਿਹੜਾ ਪਾਤਸ਼ਾਹ ਹੈ ਉਹਦੀ ਬੜੀ ਸਿਆਣੀ ਪਟਰਾਣੀ ਹੈ ਗੁਰੂ ਕੀ ਬਾਣੀ, ਕਿ ਜੇ ਗੁਰਬਾਣੀ ਪੜ੍ਹਦਾ ਹੋਵੇ ਤੇ ਪ੍ਰੇਮ ਨਾ ਹੋਵੇ ਤਾਂ ਵੀ ਨਹੀਂ ਉਸ ਕੁਝ ਸੋਭਾ ਮਿਲਦੀ, ਤੇ ਜੇ ਪ੍ਰੇਮ ਹੀ ਇਕੱਲਾ ਹੋਵੇ ਤੇ ਗੁਰਬਾਣੀ ਨਾ ਹੋਵੇ ਤਾਂ ਵੀ ਨਹੀਂ ਉਹ ਸਜਦਾ। ਪ੍ਰੇਮ ਜਿਵੇਂ ਬਾਦਸ਼ਾਹ ਨਾਲ ਦੀ ਪਟਰਾਣੀ ਹੋਵੇ ਤੇ ਬਾਦਸ਼ਾਹ ਦੀ ਸੋਭਾ ਜ਼ਿਆਦੀ ਹੈ, ਇਵੇਂ ਪ੍ਰੇਮ ਰੂਪੀ ਪਾਤਸ਼ਾਹ ਨਾਲ ਜਿਹੜੀ ਗੁਰੂ ਕੀ ਬਾਣੀ ਹੈ ਇਹ ਬੜੀ ਸਿਆਣੀ ਪਟਰਾਣੀ ਹੈ, ਸਜਾ ਪਵਾ ਦੇਣ ਵਾਲੀ ਹੈ ਪ੍ਰੇਮ ਨੂੰ ਵੀ। ਤੇ ਗਿਆਨ ਕੀ ਜਨਨ ਜਾਨੀ, ਜਿਹੜਾ ਗਿਆਨ ਪੁੱਤਰ ਹੈ ਬ੍ਰਹਮ ਗਿਆਨ, ਉਹਨੂੰ ਪੈਦਾ ਕਰਨ ਵਾਲੀ ਮਾਤਾ ਹੈ ਗੁਰਬਾਣੀ ਜਾਣੀ ਗਈ। ਜਿਵੇਂ ਮਾਂ ਤੋਂ ਪੁੱਤਰ ਪੈਦਾ ਹੁੰਦਾ ਹੈ, ਇਵੇਂ ਗੁਰਬਾਣੀ ਪੜ੍ਹਿਆ ਹੀ ਬ੍ਰਹਮ ਗਿਆਨ ਪ੍ਰਗਟ ਹੁੰਦਾ ਹੈ। ਉਹਨਾਂ ਚਿਰ ਬ੍ਰਹਮ ਗਿਆਨ ਨਹੀਂ ਹੋ ਸਕਦਾ ਜਿੰਨਾ ਚਿਰ ਕੋਈ ਗੁਰਬਾਣੀ ਨਾ ਪੜ੍ਹੇ। ਗੁਰਬਾਣੀ ਪੜ੍ਹੇ ਸੰਤ ਬਣੀਦਾ ਹੈ, ਗੁਰਬਾਣੀ ਪੜ੍ਹੇ ਬ੍ਰਹਮ ਗਿਆਨੀ ਬਣੀਦਾ ਹੈ। ਆਪਣੇ ਆਪ ਤੇ ਕੋਈ ਬ੍ਰਹਮ ਗਿਆਨੀ ਨਹੀਂ ਬਣ ਸਕਦਾ। ਫਿਰ ਗਿਆਨ ਕੀ ਜਨਨ ਜਾਨੀ, ਬ੍ਰਹਮ ਵਿਦਿਆ ਰੂਪੀ ਗਿਆਨ ਦੀ ਪੈਦਾ ਕਰਨ ਵਾਲੀ ਮਾਤਾ ਹੈ ਜਾਣੀ ਗਈ। ਕਰੁਣਾ, ਮੁਦਤਾ, ਮੈਤਰੀ, ਇਹ ਜਿਹੜੇ ਪੁੱਤਰ ਹਨ, ਇਹ ਜਿਹੜੀ ਧੀਆਂ ਹਨ, ਇਹਨਾਂ ਨੂੰ ਪੈਦਾ ਕਰਨ ਵਾਲੀ ਜਾਣੀ ਗਈ ਹੈ। ਸਤਿਗੁਰੂ ਜੀ ਕੀ ਧੁਰ ਕੀ ਬਾਣੀ ਮਾਤਾ ਰੂਪ ਹੈ। ਗੁਣੀ ਪਣੀ ਬਾਣੀ ਤਾਂ ਕੀ ਗੁਰੂ ਗੁਰ ਬਾਣੀ ਹੈ। ਜਿੰਨੇ ਵੀ ਆ ਗੁਣੀ ਪੁਰਸ਼ਾਂ ਨੇ ਬਾਣੀ ਕਹੀ ਆਪਣੇ ਮੁਖੋਂ, ਵੇਦ ਵਿਆਸ ਵਰਗਿਆਂ ਨੇ ਸ਼ਾਸਤਰ ਲਿਖੇ ਹੈ, ਕਪਲ ਮੁਨੀ, ਗੌਤਮ ਰਿਖੀ, ਫਿਰ ਬ੍ਰਹਮਾ ਜੀ ਨੇ ਵੇਦ ਉਚਾਰਨ ਕੀਤੇ ਹੈ। ਗੁਣੀ ਪੁਰਸ਼ ਹੈ ਉਹ, ਕਿੰਨਾ ਕੁਝ ਉਚਾਰਨ ਕੀਤਾ, ਮਨੁ ਸਿਮਰਤੀਆਂ ਮਨੂ ਹੋਣਾ ਨੇ ਕੀਤੀਆਂ ਹੈ। ਹੋਰ ਵੀ ਗੁਣੀ ਪੁਰਸ਼ਾਂ ਨੇ ਬੜੇ ਗ੍ਰੰਥ ਲਿਖੇ ਹੈ। ਇਹ ਗੁਣੀ ਪੁਰਸ਼ਾਂ ਨੇ ਜਿੰਨੀ ਵੀ ਬਾਣੀ ਮੁਖੋਂ ਕਹੀ ਹੈ ਤਾਂ ਕਿ ਗੁਰੂ ਗੁਰ ਬਾਣੀ ਹੈ, ਉਹਨਾਂ ਸਾਰਿਆਂ ਦੀ ਜਿਹੜੀ ਗੁਰੂ ਜੀ ਦੀ ਬਾਣੀ ਹੈ ਇਹ ਸਭ ਦੀ ਗੁਰੂ ਹੈ। ਤਿਸ ਜੇਵੜ ਅਵਰਣਾ ਕੋਈ ਨਹੀਂ ਹੈ ਗੁਰਬਾਣੀ ਤੋਂ ਵੱਡਾ। ਸਭ ਤਰ੍ਹਾਂ ਦੇ ਸ਼ੰਕੇ ਦੂਰ ਕੀਤੇ ਹੈ ਜਿਹੜੇ ਧਿਆਨ ਨਾਲ ਸੁਣਦੇ ਹੈ। ਨਿੰਦਕ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਗ ਪਾੜਨ ਦੀ ਕੋਸ਼ਿਸ਼ ਕਰਦੇ ਹੈ, ਕਿਉਂਕਿ ਉਹਨਾਂ ਨੇ ਪੜ੍ਹੀ ਵਿਚਾਰੀ ਨਹੀਂ ਹੈ। ਇੱਥੇ ਕਿਸੇ ਦੀ ਨਿਖੇਧੀ ਨਹੀਂ ਹੈ, ਨਾ ਕਿਸੇ ਬ੍ਰਾਹਮਣ ਦੀ, ਨਾ ਕਿਸੇ ਮੁਸਲਮਾਨ ਦੀ। ਸਗੋਂ ਗੁਣੀ ਦੱਸੇ ਹੈ ਕਿ ਜੇ ਮੁਸਲਮਾਨ ਹੋਵੇ ਤਾਂ ਐਸਾ ਹੋਵੇ, ਜੇ ਬ੍ਰਾਹਮਣ ਹੋਵੇ ਤਾਂ ਐਸਾ ਹੋਵੇ। ਸੋ ਬ੍ਰਾਹਮਣ ਜੋ ਬਿੰਦਾ ਹੈ ਬ੍ਰਹਮ, ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਉਹ ਹੀ ਬ੍ਰਾਹਮਣ ਹੈ। ਅਸੀਂ ਜਿਹੜੇ ਚਿੰਨ੍ਹਾਂ ਵਾਲੇ ਨੂੰ ਬ੍ਰਾਹਮਣ ਕਹਿੰਦੇ ਹਾਂ, ਪਰ ਮਹਾਰਾਜ ਜੀ ਨੇ ਲਿਖਿਆ ਬ੍ਰਾਹਮਣ ਉਹ ਜਿਹੜਾ ਬ੍ਰਹਮ ਪਰਮੇਸ਼ਰ ਨੂੰ ਜਾਣ ਲੈਂਦਾ ਹੈ। ਇਵੇਂ ਗੁਰੂ ਜੀ ਕੀ ਬਾਣੀ ਸਾਰੀਆਂ ਬਾਣੀਆਂ ਦੀ ਆ ਗੁਰੂ ਹੈ ਭਾਈ। ਸ੍ਰੀ ਬਾਲਾ ਸੰਦਰਵਾਚ ਚੌਪਈ ਰਹਿਣ ਲੱਗੇ ਗਤ ਦਾ ਤਲਵੰਡੀ। ਮਹਾਰਾਜ ਜੋ ਆਏ ਸਨ ਤਲਵੰਡੀ ਨਗਰ, ਆਪਣੇ ਅਵਤਾਰ ਨਗਰ ਵਿਖੇ ਮੁਕਤੀ ਦਾਤਾ
ਇੱਥੇ ਸੁਖ ਨਾਲ ਰਹਿਣ ਲੱਗੇ ਹੈ। ਜਿਨ ਕੀ ਕੀਰਤ ਘਰ ਘਰ ਮੰਡੀ। ਜਿਨ੍ਹਾਂ ਸਤਿਗੁਰਾਂ ਦੀ ਜਿਹੜੀ ਕੀਰਤੀ ਵਡਿਆਈ ਹੈ ਘਰ ਘਰ ਵਿੱਚ ਭੂਸ਼ਿਤ ਹੋ ਰਹੀ ਹੈ, ਸਜ ਵੱਜ ਰਹੀ ਹੈ। ਮਨੁਜ ਪਰਸ ਪਰ ਮਿਲ ਹੈ ਸਰਾਹ ਹੈ। ਮਨੁੱਖ ਜਿਹੜੇ ਹੈ ਤਲਵੰਡੀ ਨਗਰ ਦੇ, ਜਿਸ ਨਗਰ ਨੂੰ ਅੱਜ ਸਤਿਕਾਰ ਨਾਲ ਸ੍ਰੀ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ, ਉੱਥੋਂ ਦੇ ਜਿਹੜੇ ਲੋਕ ਆਪੋ ਵਿੱਚ ਮਿਲ ਮਿਲ ਕੇ ਸਲਾਹਤਾ ਕਰਦੇ ਮਹਾਰਾਜ ਜੀ ਦੀ ਸਲਾਉਂਦੇ ਹਨ। ਮੋਹਰ ਮੋਹ ਸ੍ਰੀ ਗੁਣ ਅਵਗਾਹ ਹੈ। ਵਾਰ ਵਾਰ ਸੋਭਾ ਵਾਲੇ ਗੁਰੂ ਜੀ ਦੇ ਗੁਣਾਂ ਨੂੰ ਵਿਚਾਰ ਕਰਦੇ ਹਨ। ਮధుਰ ਬਦਨ ਜਿਹ ਮ੍ਰਿਦਲ ਸੁਭਾਉ। ਕਹਿੰਦੇ ਹਨ ਵੀ ਜਿਸ ਸਤਿਗੁਰੂ ਨਾਨਕ ਸਾਹਿਬ ਜੀ ਦਾ ਬੜਾ ਮਿੱਠੇ ਪਿਆਰੇ ਬਚਨ ਹਨ, ਤੇ ਜਿਹੜਾ ਮਿੱਠੇ ਪਿਆਰੇ ਬਚਨ ਤੇ ਕੋਮਲੀ ਸੁਭਾਅ ਹੈ, ਨਰਮ। ਮਦ ਤੇ ਆਦ ਕੋ ਕਰਮ ਨਾ ਕਾਉ। ਕਿਉਂਕਿ ਨਹੀਂ ਤੇ ਬੰਦੇ ਕੋਲ 10-20 ਹਜ਼ਾਰ ਆ ਜੇ ਤੇ ਉਹ ਕਹਿੰਦਾ ਮੈਂ ਕਿ ਸਾਰੇ ਨਗਰ ਨੂੰ ਮਾਰ ਦੇਣਾ, ਹੁਣ ਮੈਂ ਤੇ ਫਲਾਣੇ ਨੂੰ ਕਤਲ ਕਰ ਦੂੰ। ਮੇਰੇ ਵਰਗਾ ਕਿਹੜਾ ਝਾਟੀ ਹੰਕਾਰ ਹੋ ਜਾਂਦਾ ਮਾਇਆ ਨਾਲ। ਤੇ ਮਹਾਰਾਜ ਜੀ ਨੂੰ ਕਿੰਨੀ ਵੀ ਮਾਇਆ ਕੋਲ ਆ ਜਾਏ ਕੋਈ ਹੰਕਾਰ ਨਹੀਂ ਹੈ। ਫਿਰ ਕੋਈ ਵੀ ਜਿਹੜਾ ਖੋਟਾ ਕਰਮ ਮੰਦਾ ਕਰਮ ਉਹ ਨਹੀਂ ਕਰਦੇ, ਇਹਨਾਂ ਵਿੱਚ ਕੋਈ ਨਹੀਂ ਪਾਇਆ ਜਾਂਦਾ ਇਹੋ ਜਿਹਾ ਕਰਮ ਮਾੜਾ। ਔਰ ਉਦਾਰ ਮਤ ਸੰਤ ਸੁਸ਼ੀਲਾ। ਫਿਰ ਇਹਨਾਂ ਦਾ ਜਿਹੜਾ ਹਿਰਦਾ ਹੈ ਉਹ ਬੜਾ ਸਖੀ ਦਾਤਾ ਵਾਲਾ ਹੈ, ਭਾਵ ਖੁੱਲ੍ਹ ਦਿਲੀ ਵਾਲਾ ਹਿਰਦਾ ਮਹਾਰਾਜ ਜੀ ਦਾ, ਸੰਤਾਂ ਵਾਲਾ ਮਤ ਸਿਧਾਂਤ ਹੈ, ਤੇ ਸੀਲ ਸੁਭਾਅ ਹੈ, ਬੜਾ ਸ਼ਾਂਤ ਵਾਲਾ ਸੁਭਾਅ ਹੈ ਗੁਰੂ ਜੀ ਦਾ। ਕਰੁਣਾਵਾਨ ਸਰੂਪ ਛਬੀਲਾ। ਕਰੁਣਾ ਵਾਲੇ, ਦਇਆ ਵਾਲੇ, ਤਰਸ ਵਾਲੇ ਹਨ, ਤੇ ਛਵੀ ਵਾਲਾ ਸਰੂਪ ਹੈ, ਸੋਭਾ ਵਾਲਾ। ਵਿਸ਼ੈ ਬਾਸ਼ਨਾ ਕੀ ਜਰ ਨਾਸੀ। ਜਿਹੜੀ ਵਿਸ਼ਿਆਂ ਦੀ ਵਾਸ਼ਨਾ ਹੈ ਉਹਨਾਂ ਦੀ ਜਿਹੜੀ ਜੜ ਹੈ ਉਹ ਤੇ ਇਹਨਾਂ ਵਿੱਚ ਹੈ ਹੀ ਨਹੀਂ ਜਮਾਂ ਹੀ ਕਿਤੇ। ਜਿਹੜੀ ਵਿਸ਼ਿਆਂ ਦੀ ਵਾਸ਼ਨਾ ਦੀ ਜੜ੍ਹਾਂ ਹੁੰਦੀਆਂ, ਸਾਨੂੰ ਕਈ ਵਿਸ਼ਿਆਂ ਦੀਆਂ ਵਾਸ਼ਨਾ ਹੈ, ਅੱਖਾਂ, ਕੰਨਾਂ, ਨੱਕ, ਮੂੰਹ, ਚਮੜੀ ਦੇ ਸਾਨੂੰ ਵਿਸ਼ੇ ਲੱਗੇ ਹੋਏ ਆ। ਮਹਾਰਾਜ ਜੀ ਜਿਨ੍ਹਾਂ ਦੇ ਵਿੱਚ ਵਿਸ਼ਿਆਂ ਦੀ ਵਾਸ਼ਨਾ ਦੀ ਜੜ ਹੈ ਹੀ ਨਹੀਂ, ਜਾਂ ਨਾਸੀ ਪਾਠ ਇਕੱਠਾ ਕਰ ਦਈਏ ਵੀ ਵਿਸ਼ਿਆਂ ਦੀ ਵਾਸ਼ਨਾ ਦੀ ਜੜ ਜਿਨ੍ਹਾਂ ਦੀ ਨਾਸ ਹੋਈ ਹੈ। ਹਰਖ ਸ਼ੋਕ ਤੇ ਹਿਰਦਾ ਉਦਾਸੀ। ਜਿਨ੍ਹਾਂ ਸਤਿਗੁਰਾਂ ਦਾ ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਵੀ ਜੇ ਗੁਰੂ ਜੀ ਨੂੰ ਕੋਈ ਮੱਥਾ ਟੇਕ ਜਾਵੇ, ਮਾਇਆ ਦੇ ਜਾਵੇ, ਗੁਰੂ ਜੀ ਖੁਸ਼ ਨਹੀਂ ਹੁੰਦੇ। ਤੇ ਜੇ ਮਹਾਰਾਜ ਨੂੰ ਕੋਈ ਮੰਦਾ ਚੰਗਾ ਕਹਿ ਜਾਵੇ ਤੇ ਗੁਰੂ ਜੀ ਉਪਰਾਮ ਨਹੀਂ ਹੁੰਦੇ। ਜੋ ਹਰਖ ਸੋਗ ਵਿੱਚ ਸਦਾ ਹੀ ਉਪਰਾਮ ਰਹਿੰਦੇ ਹਨ। ਔਰ ਸੁਲਤਾਨ ਹੈ ਜਾਹੇ ਕਮਾਈ। ਜਿਨ੍ਹਾਂ ਸਤਿਗੁਰਾਂ ਨੇ ਸੁਲਤਾਨਪੁਰ ਨਗਰ ਦੇ ਵਿੱਚ ਜਾ ਕੇ ਬੜੀ ਕਮਾਈ ਕਰੀ, ਅਧਿਕ ਜਿਹ ਟੋਟ ਨਾ ਕਾਈ। ਬਹੁਤੀ ਕੀਤੀ ਹੈ, ਜਿਸ ਕਰਕੇ ਮਾਇਆ ਦੀ ਇਹਨਾਂ ਨੂੰ ਹੁਣ ਕਿਸੇ ਤਰ੍ਹਾਂ ਨਾਲ ਵੀ ਕੋਈ ਟੋਟਾ ਨਹੀਂ ਹੈ। ਦਇਓ ਦਾਨ ਦੀਨਨ ਧਨ ਪੂਰੀ। ਉੱਥੇ ਵੀ ਇਹਨਾਂ ਨੇ ਜਿਹੜਾ ਗਰੀਬਾਂ ਨੂੰ ਧਨ ਦਾ ਦਾਨ ਬਹੁਤਾ ਹੀ ਦਿੱਤਾ ਹੈ। ਬਸਰੀ ਕੀਰਤ ਜਹ ਤਹ ਰੂਰੀ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦੀ ਜਿਹੜੀ ਤਲਵੰਡੀ ਨਗਰ ਦੇ ਵਿੱਚ ਕੀਰਤੀ ਵਡਿਆਈ ਜਿੱਥੇ ਕਿੱਥੇ ਵੀ ਬੜੀ ਸੋਹਣੀ ਫੈਲੀ ਹੋਈ ਹੈ। ਆਸ ਪ੍ਰਕਾਰ ਨਿਜ ਜਸ ਵਿਸਤਾਰਾ। ਇਸ ਤਰ੍ਹਾਂ ਗੁਰੂ ਜੀ ਨੇ ਸੁਲਤਾਨਪੁਰ ਤਲਵੰਡੀ ਨਗਰ ਵਿੱਚ ਆਪਣਾ ਬੜਾ ਜਸ ਫੈਲਾਇਆ ਹੈ। ਬਸੇ ਮਾਸ ਇੱਕ ਮੁਖ ਉਦਾਰਾ। ਮੁਕਤੀ ਦੇ ਵਿੱਚ ਜੋ ਬੜੇ ਸਖੀ ਦਾਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ 1 ਮਹੀਨਾ
ਤਲਵੰਡੀ ਨਗਰ ਵਿੱਚ ਟਿਕੇ ਰਹੇ ਵਸੇ ਰਹੇ ਹਨ। ਪੁਨ ਗਮਨਨ ਕੀ ਕੀਨੀ ਤਿਆਰੀ। ਫਿਰ ਸੁਲਤਾਨਪੁਰ ਨੂੰ ਚੱਲਣ ਦੀ ਤਿਆਰੀ ਕੀਤੀ ਹੈ। ਮਿਲਨ ਬੁਲਾ ਰਹਿ ਪ੍ਰੀਤ ਵਿਚਾਰੀ। ਵੀ ਰਾਏ ਬਲਾਰ ਨੂੰ ਜਾ ਕੇ ਮਿਲੀਏ, ਉਹਦੇ ਪ੍ਰੀਤੀ ਪ੍ਰੇਮ ਨੂੰ ਵਿਚਾਰਿਆ ਹੈ। ਹੁਤੋ ਇਕਾਂਤ ਤਬ ਹੈ ਅਵਨੀ ਪਾਰ। ਜਦੋਂ ਗੁਰੂ ਮਹਾਰਾਜ ਜੀ ਰਾਏ ਬਲਾਰ ਕੋ ਗਏ ਹੈ ਤੇ ਜਾਂਦਿਆਂ ਨੂੰ ਰਾਏ ਬਲਾਰ ਇਕੱਲਾ ਹੀ ਬੈਠਾ ਹੋਇਆ ਸੀ, ਭਾਵ ਇਕੱਲਾ ਹੀ ਸੀ। ਸਾਦਰ ਬੈਸੇ ਜਾਏ ਸਮੀਪਾ। ਮਹਾਰਾਜ ਬੜੇ ਆਦਰ ਸਨਮਾਨ ਨਾਲ ਕੋਲ ਹੀ ਜਾ ਬੈਠੇ। ਹਾਥ ਬੰਦ ਬਚ ਬਦਤ ਬੁਲਾਰਾ। ਰਾਏ ਬਲਾਰ ਦੀ ਭਾਵੇਂ ਉਮਰ ਬਜ਼ੁਰਗ ਹੋ ਗਈ ਹੈ, ਮਹਾਰਾਜ ਨੂੰ ਦੇਖਦੇ ਹੱਥ ਜੋੜ ਲੈਂਦਾ ਸੀ। ਦੋਵੇਂ ਹੱਥ ਜੋੜ ਕੇ ਬਚਨ ਕਿਹਾ, ਪਰਮ ਲਾਭ ਮੁਝ ਦਰਸ ਤੁਮਾਰਾ। ਮਹਾਰਾਜ ਤੁਹਾਡੇ ਦਰਸ਼ਨ ਕਰਨ ਨਾਲ ਤੇ ਮੈਨੂੰ ਬੜਾ ਵੱਡਾ ਹੀ ਲਾਭ ਹੋਇਆ ਹੈ। ਗਿਆਨ ਸ਼੍ਰੋਮਣ ਕਿਰਪਾ ਧਾ ਨਿਧਾਨਾ। ਤੁਸੀਂ ਦੇ ਬ੍ਰਹਮ ਗਿਆਨ ਦੇ ਵਿੱਚ ਮੁਕਟ ਰੂਪ ਸ਼੍ਰੋਮਣੀ ਹੋ, ਕਿਰਪਾ ਦੇ ਖਜ਼ਾਨੇ ਹੀ ਹੋ ਮਹਾਰਾਜ ਜੀ। ਕਲਾਵਾਨ ਕਲ ਬਿਨ ਗੁਣ ਖਾਨਾ। ਆ ਸ਼ਕਤੀਆਂ ਵਾਲੇ ਹੋ, ਕਲਪਨਾ ਤੋਂ ਬਿਨਾਂ ਉਹ ਗੁਣਾ ਦੀ ਤੇ ਖਾਣੀ ਹੋ। ਫਸਿਉ ਰਹਤ ਮੈਂ ਜਗਤ ਕਲੇਸ਼ੂ। ਸੱਚਾ ਪਾਤਸ਼ਾਹ ਮੈਂ ਤੇ ਹਮੇਸ਼ਾ ਹੀ ਆ ਸੰਸਾਰ ਦੇ ਜਿਹੜੇ ਝਗੜੇ ਝਮੇਲੇ ਦੁੱਖ ਕਲੇਸ਼ ਇਹਨਾਂ ਵਿੱਚ ਹੀ ਫਸਿਆ ਰਹਿੰਦਾ ਹਾਂ। ਰਾਵਰ ਕੀ ਲਾਲਸ ਉਪਦੇਸ਼ੂ। ਆਪ ਜੀ ਦੇ ਪਾਸੋਂ ਉਪਦੇਸ਼ ਲੈਣ ਦੀ ਮੈਨੂੰ ਬੜੀ ਤਗੜੀ ਇੱਛਾ ਚਾਹਨਾ ਹੈ। ਕਰਤ ਇਉ ਨਾ ਮੁਝ ਲਖ ਅਧਿਕਾਰੀ। ਮਹਾਰਾਜ ਮੈਨੂੰ ਅਧਿਕਾਰੀ ਜਾਣ ਕੇ ਕਿਉਂ ਨਹੀਂ ਤੁਸੀਂ ਆਪਣਾ ਮਹਾਨ ਉਪਦੇਸ਼ ਕਰਦੇ। ਕਟਹੁ ਨਾ ਬੰਧਨਾ ਸ਼ਰਨ ਤੁਮਾਰੀ। ਮੈਂ ਤੁਹਾਡੀ ਸ਼ਰਨ ਆਇਆ ਹਾਂ, ਮੇਰੇ ਗਰੀਬ ਦੇ ਸੱਚਾ ਪਾਤਸ਼ਾਹ ਤੁਸੀਂ ਕਿਉਂ ਨਹੀਂ ਆਪ ਮੋਹ ਮਮਤਾ ਦੇ ਬੰਧਨ ਕੱਟਦੇ। ਸੁਨ ਬੋਲੇ ਸ੍ਰੀ ਪੰਕਜ ਬਦਨਾ। ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਵਲ ਵਰਗੇ ਮੁਖ ਤੋਂ ਬਚਨ ਬੋਲੇ ਹੈ। ਸਿਮਰਹੁ ਸਤ ਨਾਮ ਸੁਖ ਸਦਨਾ। ਮਹਾਰਾਜ ਕਹਿੰਦੇ ਰਾਏ ਬਲਾਰ ਜੀ ਜੋ ਸਾਰੇ ਸੁੱਖਾਂ ਦਾ ਘਰ ਹੈ ਨਾ, ਪਰਮੇਸ਼ਰ ਦਾ ਸਤ ਨਾਮ ਤੇਰਾ ਪਰਾਪੂਰ ਬੜਾ, ਉਹ ਸੱਚੇ ਨਾਮ ਨੂੰ ਸਦਾ ਹੀ ਸਿਮਰੋ। ਲੱਗਿਓ ਹਮਾਉ ਪੰਖ ਜਉ ਸੰਗਾ। ਜਿਸ ਜਿਸ ਤਰ੍ਹਾਂ ਤੀਰ ਦੇ ਨਾਲ ਹਮਾਯੂ ਦਾ ਪੰਖ, ਪੰਛੀ ਦਾ ਪੰਖ ਲੱਗਾ ਹੋਵੇ। ਜਬ ਛੁਟ ਹੈ ਤਨ ਤੇ ਸੋਖ ਤੰਗਾ। ਜਦੋਂ ਕਮਾਨ ਵਿੱਚੋਂ ਤੀਰ ਛੁੱਟਦਾ ਹੈ ਤੇ ਉਹ ਜਿਸ ਤੀਰ ਦੇ ਨਾਲ ਹਮਾਯੂ ਪੰਛੀ ਦਾ ਖੰਭ ਲੱਗਾ ਹੁੰਦਾ ਹੈ, ਪਰ ਕੇ ਬਲ ਕਰ ਹੋਤ ਉਡਾਊ। ਉਹ ਹਮਾਯੂ ਪੰਛੀ ਦੇ ਖੰਭ ਦੇ ਬਲ ਕਰਕੇ ਉਸ ਤੀਰ ਦਾ ਤੇ ਐਸਾ ਉਡਾਉਣਾ, ਐਸਾ ਉੱਡਣਾ ਹੁੰਦਾ ਹੈ। ਪਹੁੰਚੈ ਸੋ ਜਹ ਦੇਸ਼ ਹਮਾਊ। ਉਹ ਖੰਭ ਦੇ ਨਾਲ ਨਾਲ ਤੀਰ ਵੀ ਉਸੇ ਥਾਂ ਪਹੁੰਚ ਜਾਂਦਾ ਹੈ ਜਿਸ ਦੇਸ਼ ਹਮਾਯੂ ਪੰਛੀ ਰਹਿੰਦਾ ਹੈ। ਬਹੁਰ ਨਾ ਆਏ ਪਰ ਕਬ ਧਰਨੇ। ਉਹ ਤੀਰ ਮੁੜ ਕੇ ਕਦੀ ਧਰਤੀ ਦੇ ਆ ਕੇ ਨਹੀਂ ਡਿੱਗਦਾ। ਐਸੀ ਰੀਤ ਨਾਮ ਕੀ ਬਰਨੇ। ਤੇ ਇਸੇ ਤਰ੍ਹਾਂ ਹੀ ਰਾਏ ਬਲਾਰ ਜੀ ਨਾਮ ਦੀ ਜਿਹੜੀ ਰੀਤੀ ਮਰਿਆਦਾ ਵਰਣਨ ਕੀਤੀ ਹੈ ਕਿ ਜਿਹੜਾ ਨਾਮ ਰੂਪੀ ਖੰਭ ਹੈ ਉਹਦੇ ਨਾਲ ਸਰੀਰ ਰੂਪੀ ਜਾਂ ਜੀਵ ਆਤਮਾ ਰੂਪੀ ਬੰਨ ਦਈਏ ਨਾ ਤੀਰ, ਖੰਭ ਨਾਮ ਰੂਪੀ ਖੰਭ ਦੇ ਨਾਲ ਉਹ ਪਰਮੇਸ਼ਰ ਦੇ ਸੱਚਖੰਡ ਧਾਮ ਰੂਪੀ ਨਾਮੀ ਦੇ ਘਰ ਚਲਿਆ ਜਾਂਦਾ ਹੈ। ਫਿਰ ਇਹ ਜੀਵ ਆਤਮਾ ਵਾਪਸ ਨਹੀਂ ਆਉਂਦਾ ਹੈ, ਮੁੜ ਕੇ ਵਿਦੇਹ ਹੋ ਜਾਂਦਾ ਹੈ। ਨਾਮ ਦੀ ਜਿਹੜੀ ਰੀਤੀ ਹੈ ਹਮਾਯੂ ਪੰਛੀ ਦੇ ਖੰਭ ਵਾਂਗ ਵਰਣਨ ਕੀਤੀ ਹੈ ਰਾਏ ਬਲਾਰ ਜੀ। ਇੱਕ ਚਿੱਤ ਸਿਮਰਹਿ ਜੇ ਦਿਨ ਰਾਤੀ। ਜਿਹੜੇ ਗਿਆਨੀ ਪੁਰਸ਼ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਦੇ ਸੱਚੇ ਨਾਮ ਨੂੰ ਸਿਮਰਦੇ ਹੈ, ਮਨ ਨੂੰ ਅਡੋਲ ਰੱਖ ਕੇ। ਛੁੱਟੇ ਦੇਹ ਤੇ ਹੋਏ ਸੰਗਾਤੀ। ਉਹਨਾਂ ਦੀ ਦੇਹ ਛੁੱਟੇ ਤੇ ਪਰਮੇਸ਼ਰ ਦੇ ਨਾਮ ਰੂਪੀ ਜਿਹੜਾ ਖੰਭ ਹੈ ਉਹ ਸਦਾ ਹੀ ਨਾਲ ਰਹਿੰਦਾ ਹੈ।
जह नामी को देश सुहावना। ਜਿੱਥੇ ਨਾਮੀ ਪਰਮੇਸ਼ਰ ਦਾ ਦੇਸ਼ ਸੋਹਣਾ ਹੈ, ਨਾਮ ਕਹੀਦਾ ਹੈ ਨਾਮ ਨੂੰ। ਜਿਵੇਂ ਕੋਈ ਨਾਮ ਹੈ ਸਾਡਾ, ਉਹ ਤੇ ਹੋ ਗਿਆ ਨਾਮ, ਤੇ ਜਿਹਦਾ ਲਿਆ ਜਾਵੇ ਉਹਨੂੰ ਨਾਮੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਕੀ ਹੈ? ਨਾਮੀ। ਉਹਦਾ ਨਾਮ ਜਿਵੇਂ ਗੁਰੂ ਨਾਨਕ ਸਾਹਿਬ ਕਹਿ ਦਈਏ ਉਹ ਹੈ ਨਾਮ, ਤੇ ਜਿਹੜਾ ਪਰਮੇਸ਼ਰ ਉਹ ਹੈ ਨਾਮੀ। ਤੇ ਨਾਮੀ ਦੇ ਜਦੋਂ ਨਾਮ ਲਵਾਂਗੇ, ਹੁਣ ਇੱਥੇ ਕਹਿ ਦੇਵਾਂਗੇ ਵੀ ਫਲਾਣਾ ਸਿੰਘ ਨੂੰ ਬੁਲਾਇਓ, ਜਾਂ ਦੂਰੋਂ ਆਵਾਜ਼ ਮਾਰਾਂਗੇ, ਜਿਹਦਾ ਨਾਮ ਹੋਊ ਝੱਟ ਸੁਣ ਲਓ। ਨਾਮ ਦੇ ਜ਼ਿਆਦਾ ਵਿਆਪਕਤਾ ਹੈ ਸਾਡੇ ਨਾਲੋਂ। ਸਰੀਰ ਦਾ ਦੱਸਾਂਗੇ ਆਕਾਰ, ਉਹ ਜੀ ਇੰਨਾ ਲੰਮਾ ਹੈ, ਐਸਾ ਉਹਦਾ ਨੱਕ ਹੈ, ਐਸੀਆਂ ਅੱਖਾਂ ਹੈ, ਤੇ ਉਹ ਜਿਹੇ ਕਈ ਮਿਲ ਜਾਣਗੇ, ਕਹਿਣਗੇ ਵੀ ਉਹ ਟੋਲੀ ਖਲੋਤੀ ਕਿਹੜਾ ਹੈ ਵਿੱਚੋਂ ਦੱਸ ਚੰਗੀ ਤਰ੍ਹਾਂ। ਉਹ ਕਹੋ ਵੀ ਲਾਲ ਸ਼ਰਟ ਹੈ, ਤੇ ਕਹਿਣਗੇ ਵੀ ਲਾਲ ਸ਼ਰਟਾਂ ਤੇ 3 ਜਣਿਆਂ ਪਾਈਆਂ ਹੋਈਆਂ। ਜਦੋਂ ਨਾਮ ਲਊਗਾ ਤੇ ਝੱਟ ਹੀ ਉਹ ਸੁਣ ਜਾਊਗਾ। ਦੂਰੋਂ ਨਾਮ ਲਵਾਂਗੇ ਤੇ ਜਿਹੜਾ ਨਾਮ ਵਾਲਾ ਹੋ ਕਹੂਗਾ ਵੀ ਹਾਂ ਮੈਂ ਆ ਰਿਹਾ ਹਾਂ। ਇਵੇਂ ਨਾਮੀ ਦੇ ਨਾਲੋਂ ਨਾਮ ਦੀ ਜ਼ਿਆਦਾ ਵਿਆਪਕਤਾ ਹੈ। ਜਦੋਂ ਨਾਮ ਨੂੰ ਆਪਾਂ ਜਪਾਂਗੇ ਫਿਰ ਨਾਮੀ ਪਰਮੇਸ਼ਰ ਦਾ ਜਿਹੜਾ ਦੇਸ਼ ਹੈ ਸੋਹਣਾ, ਸੱਚਖੰਡ ਵਸੈ ਨਿਰੰਕਾਰ। ਤਹਾਂ ਕਰ ਹੈ ਬਿਨ ਬਿਲਮ ਪਚਾਵਨਾ। ਉਹ ਨਾਮ ਰੂਪੀ ਖੰਭ ਬੜੀ ਛੇਤੀ ਇਹ ਜੀਵ ਰੂਪੀ ਜੀਵ ਆਤਮਾ ਨੂੰ ਬਿਨਾਂ ਦੇਰੀ ਤੋਂ ਪਹੁੰਚਾ ਦਿੰਦਾ ਸੱਚਖੰਡ ਵਿੱਚ। ਬਹੁਰ ਨਾ ਜਗ ਮਹਿ ਪਾਵਹਿ ਦੇਹੀ। ਉਹ ਮਨੁੱਖ ਦੁਬਾਰਾ ਜਗਤ ਦੇ ਵਿੱਚ ਦੇਹ ਨਹੀਂ ਪਾਉਂਦਾ, ਸਰੀਰ ਪਾ ਕੇ ਨਹੀਂ ਜੰਮਦਾ। ਸਤ ਨਾਮ ਕੇ ਭੇ ਜੋ ਸਨੇਹੀ। ਰਾਏ ਬਲਾਰ ਜੀ ਜਿਹੜੇ ਸੱਚੇ ਪਰਮੇਸ਼ਰ ਦੇ ਨਾਮ ਦੇ ਸਤਿਨਾਮ ਵਾਹਿਗੁਰੂ ਦੇ ਪ੍ਰੇਮੀ ਪਿਆਰੇ ਹਨ। ਸੁਨ ਉਪਦੇਸ਼ ਲੱਗੀ ਲਿਵ ਨਾਮੋ। ਜੋ ਪ੍ਰੇਮੀ ਪਿਆਰੇ ਹੋ ਕੇ ਸਤਿਨਾਮ ਵਿੱਚ ਲੱਗੇ ਹੋਏ ਹੈ ਉਹ ਮਹਾਨ ਹੈ। ਗੁਰੂ ਜੀ ਨੇ ਬਚਨ ਕਿਹਾ, ਸੁਣ ਕਰਕੇ ਰਾਏ ਬਲਾਰ ਜੀ ਦੀ ਗੁਰੂ ਦੇ ਉਪਦੇਸ਼ ਨੂੰ ਤੇ ਨਾਮ ਦੇ ਵਿੱਚ ਲਿਵ ਲੱਗ ਗਈ। ਜਾਗਿਓ ਪਰਮ ਪ੍ਰੇਮ ਅਬਰਾਮ। ਸੋਹਣਾ ਜਿਹੜਾ ਪਰਮ ਪ੍ਰੇਮ ਹੈ ਮਹਾਨ ਵੱਡਾ, ਉਹ ਜਾਗਿਆ ਹੈ ਰਾਏ ਬਲਾਰ ਜੀ ਦੇ ਹਿਰਦੇ ਵਿੱਚ। ਕਹਿਤ ਗਿਰਾ ਹੁਵੈ ਦੀਨ ਬਹਾਰੀ। ਜਦੋਂ ਨਾਮ ਹੀ ਵਸ ਗਿਆ ਫਿਰ ਹਉਮੈ ਨਹੀਂ ਰਹਿ ਜਾਂਦੀ ਹੈ, ਫਿਰ ਉਹ ਜਿਹੜੀ ਹੁੱਲੜਬਾਜ਼ੀ ਹੈ, ਜਕੜ ਮਾਰਨੀ ਉਹ ਨਹੀਂ ਰਹਿ ਜਾਂਦੇ ਹੈ, ਮਨ ਨੂੰ ਸ਼ਾਂਤੀ ਆ ਜਾਂਦੀ ਹੈ। ਜਿਹਦੇ ਕਰਕੇ ਰਾਏ ਬਲਾਰ ਜੀ ਬੜੇ ਆਏ ਨਿਮਾਣੇ ਦੀਨ ਗਰੀਬੜੇ ਜਿਹੇ ਹੋ ਕੇ ਬੋਲੇ ਹੈ ਮੁਖੋਂ। ਦਰਸ ਲਾਲਸਾਰ ਦੇ ਨਾ ਥੋਰੀ। ਜਿਸ ਦੇ ਹਿਰਦੇ ਵਿੱਚ ਬੜੀ ਇੱਛਾ ਹੈ ਗੁਰੂ ਜੀ ਦਰਸ਼ਨਾਂ ਦੀ। ਕਹਿੰਦਾ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਮੈਨੂੰ ਬੜੀ ਇੱਛਾ ਹੈ, ਥੋੜੀ ਨਹੀਂ ਹੈ, ਹਿਰਦੇ ਵਿੱਚ ਬੇਅੰਤੀ ਇੱਛਾ ਹੈ। ਤੁਮ ਗਮਨੇ ਆਪ ਪੁਰ ਸੁਲਤਾਨਾ। ਹੁਣ ਤੁਸੀਂ ਜਿਹੜਾ ਸੁਲਤਾਨਪੁਰ ਨਗਰ ਨੂੰ ਚਲੇ ਜਾਓਗੇ। ਮੋਹੇ ਹੋਤ ਗ੍ਰਹਿ ਕਸ਼ਟ ਮਹਾਨਾ। ਇਸ ਕਰਕੇ ਮੈਨੂੰ ਵਿਛੋੜੇ ਦਾ ਬੜਾ ਕਸ਼ਟ ਵੱਡਾ ਹੀ ਹੋ ਰਿਹਾ ਮਹਾਰਾਜ ਜੀ। ਪ੍ਰੀਤ ਬਿਲੋਕ ਹਿਰਦੇ ਮਹਿ ਸਾਚੀ। ਹਿਰਦੇ ਵਿੱਚ ਸੱਚੀ ਪ੍ਰੀਤ ਨੂੰ ਵੇਖ ਕੇ ਮਹਾਰਾਜ ਜੀ ਕਮਲ ਬਦਨ ਪਨਾ ਗਿਰਾ ਉਬਾਚੀ। ਕਮਲ ਵਰਗੇ ਮੁਖ ਤੋਂ ਗੁਰੂ ਜੀ ਨੇ ਬਾਣੀ ਰੂਪ ਵਿੱਚ ਬਚਨ ਬੋਲਿਆ। ਚਿਤ ਚਿਤ ਰੱਖੋ ਅਵਨੀ ਪਾ। ਰਾਏ ਬਲਾਰ ਜੀ ਤੁਸੀਂ ਸਾਨੂੰ ਆਪਣੇ ਚਿੱਤ ਦੇ ਵਿੱਚ ਸਦਾ ਹੀ ਯਾਦ ਰੱਖੋ। ਮੈਂ ਹਾਂ ਤੁਮਰੇ ਸਦਾ ਸਮੀਪਾ। ਕਿਉਂਕਿ ਮੈਂ ਤੁਹਾਡੇ ਨੇੜੇ ਸਦਾ ਹੀ ਹਾਂ। ਗੁਰੂ ਕਿਤੇ ਜਾਂਦੇ ਨਹੀਂ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਗੁਰੂ ਜੀ ਕਿੱਥੇ ਜਾਂਦੇ? ਗੁਰੂ ਦੇ ਸਾਰੇ ਥਾਂ ਸਮਾਏ ਹੋਏ ਹੈ, ਜਿਹਦੇ ਕਰਕੇ ਮਹਾਰਾਜ ਕਹਿੰਦੇ ਰਾਏ ਬਲਾਰ ਜੀ ਬਸ ਤੂੰ ਚੇਤੇ ਰੱਖ ਮਨ ਵਿੱਚ, ਅਸੀਂ ਤੇ ਸਦਾ ਹੀ ਤੇਰੇ ਨਾਲ ਹਾਂ। ਅਸ ਪ੍ਰਕਾਰ ਦੇ ਕਰ ਉਰ ਧੀਰਾ। ਇਸ ਤਰ੍ਹਾਂ ਧੀਰਜ ਨੂੰ ਦੇ ਕਰਕੇ ਘਰ ਆਏ ਪਉਨਾ ਗੁਣੀ ਗਹੀਰਾ। ਗੁਣਾਂ ਦੇ ਸਮੁੰਦਰ ਮਹਾਰਾਜ ਮੁੜ ਆਪਣੇ ਘਰ ਆ ਗਏ। ਮਿਲੀ ਮਾਤ ਔਰ ਪ੍ਰੇਮ ਵਡਾਈ। ਇਧਰੋਂ ਮਾਤਾ ਤ੍ਰਿਪਤਾ ਜੀ
ਬਹੁਤਾ ਪ੍ਰੇਮ ਆਨੰਦ ਵਧਾ ਕੇ ਗੁਰੂ ਜੀ ਨੂੰ ਮਿਲੇ ਹੈ। ਬੇਸ਼ਰਤ ਬਸ਼ ਜਿਉ ਤੇਨ ਲਵਾਈ। ਬਿਛਰਤ ਬਾਛ ਜਿਉ ਧੇਨ ਲਵਾਈ। ਜਿਵੇਂ ਲਵੇਰੀ ਗਾਂ ਆਪਣੇ ਬੱਚੇ ਨੂੰ ਮਿਲਦੀ ਹੈ ਨਾ, ਵਿਛੜੀ ਹੋਏ ਬੜੇ ਸਮੇਂ ਬਾਅਦ ਉਹਨੂੰ ਚਾਅ ਚੜ੍ਹ ਜਾਂਦਾ, ਉਹਦੇ ਜਾਨਵਰ ਹੈ। ਹੁਣ ਇੱਧਰ ਮਨੁੱਖੀ ਸਰੀਰ ਹੈ, ਮਾਤਾ ਜੀ ਬਹੁਤ ਹੀ ਪ੍ਰੇਮ ਨੂੰ ਵਧਾ ਕੇ ਮਿਲੇ ਹੈ ਮਹਾਰਾਜ ਜੀ ਨੂੰ। ਆਸਿਖ ਦੇਤ ਪਲੋਸਤ ਮਾਥਾ। ਸੀਸਾਂ ਦਿੰਦੇ ਹੈ ਤੇ ਗੁਰੂ ਜੀ ਦਾ ਮੱਥਾ ਜਿਹੜਾ ਮਸਤਕ ਹੈ ਨੂੰ ਪਲੋਸਦੇ ਹੈ, ਪ੍ਰੇਮ ਪਿਆਰ ਕਰਦੇ, ਚੁੰਮਦੇ ਹਨ। ਮਨ ਹੈ ਮਨਾਵਤ ਸ੍ਰੀ ਜਗਨਾਥਾ। ਮਨ ਹੀ ਮਨ ਵਿੱਚ ਜਗਤ ਦੇ ਮਾਲਕ ਪਰਮੇਸ਼ਰ ਨੂੰ ਮਨਾਉਂਦੇ ਹੈ ਮਾਤਾ ਜੀ। ਸੁਤ ਕੀ ਕੁਸ਼ਲ ਕਰਹੁ ਸਭ ਕਾਲਾ। ਇਹ ਜਗਤ ਦੇ ਮਾਲਕ ਪਰਮੇਸ਼ਰ ਸਾਰਿਆਂ ਸਮਿਆਂ ਵਿੱਚ ਹੀ ਸਾਡੇ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਦੀ ਸੁਖ ਸਾਂਦ ਰੱਖੋ ਜੀ। ਮਹਾਪੁਰਖ ਤੁਮਾ ਦੀਨ ਦਿਆਲਾ। ਹੇ ਪਰਮੇਸ਼ਰ ਤੁਸੀਂ ਤੇ ਮਹਾਨ ਪੁਰਖ ਹੋ, ਦੀਨਾਂ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਹੋ। ਧਰਿਓ ਮਾਤ ਕੇ ਪਗ ਪਰ ਸੀਸਾ। ਮਹਾਰਾਜ ਭਾਵੇਂ ਪਰਮੇਸ਼ਰ ਹੀ ਹੈ, ਪਰ ਸੰਸਾਰਿਕ ਰੀਤੀ ਨੂੰ ਪੂਰਾ ਕਰਦਿਆਂ ਹੋਇਆਂ ਮਾਤਾ ਜੀ ਦੇ ਚਰਨਾਂ ਉੱਪਰ ਸੀਸ ਰੱਖਿਆ ਗੁਰੂ ਜੀ ਨੇ। ਨਿਕਸੇ ਨਿਜ ਘਰ ਤੇ ਜਗਦੀਸ਼ਾ। ਜਗਤ ਦੇ ਮਾਲਕ ਫਿਰ ਆਪਣੇ ਘਰ ਤੋਂ ਨਿਕਲੇ ਹੈ। ਪ੍ਰੇਮੀ ਮਿਲੇ ਆਨ ਜੇਪੁਰ ਕੇ। ਤਲਵੰਡੀ ਸ਼ਹਿਰ ਦੇ ਜਿਹੜੇ ਪ੍ਰੇਮੀ ਪਿਆਰੇ ਮਹਾਰਾਜ ਜੀ ਦੇ ਮਿੱਤਰ ਦੋਸਤ ਉਹ ਆਣ ਮਿਲੇ ਹੈ। ਪਰਸ ਪਰਸ ਗਮਨੇ ਪਗ ਗੁਰ ਕੇ। ਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਪਰਸ ਪਰਸ ਕੇ ਮੁੜ ਆਪਣੇ ਘਰਾਂ ਨੂੰ ਚਲੇ ਗਏ। ਵਾਹਨ ਪਏ ਅਰੂੜ ਸੁਆਮੀ। ਜਗਤ ਦੇ ਸੁਆਮੀ ਗੁਰੂ ਮਹਾਰਾਜ ਆਪਣੀ ਸਵਾਰੀ ਉੱਪਰ ਸਵਾਰ ਹੋਏ ਹੈ। ਦੀਨ ਬੰਦ ਪ੍ਰਭ ਅੰਤਰ ਜਾਮੇ। ਜੋ ਦੀਨਾਂ ਗਰੀਬਾਂ ਦੇ ਗੁਰੂ ਜੀ ਰਿਸ਼ਤੇਦਾਰ ਹੈ, ਪ੍ਰਭੂ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਦਿਲਾਂ ਦੀਆਂ ਜਾਣਨ ਵਾਲੇ ਗੁਰੂ ਜੀ ਅੰਤਰਜਾਮੀ ਪੁਰਖ ਵਿਧਾਤੇ। ਸਿਖਵਨ ਕਾਲੂ ਦੇਵਤ ਪੂਰੀ। ਜਦੋਂ ਚੱਲਣ ਲੱਗੇ ਮਹਾਰਾਜ, ਇਧਰੋਂ ਪਿਤਾ ਕਲਿਆਣ ਚੰਦ ਜੀ ਬਹੁਤੀਆਂ ਸਿੱਖਿਆ ਦੇਣ ਲੱਗੇ ਹੈ। ਧਨ ਖਾਟਨ ਕੀ ਜੇ ਬਿਦਰੂ ਰੇ। ਜਿਹੜੀ ਧਨ ਨੂੰ ਖੱਟਣ ਦੀ ਵਿਧੀ ਹੈ ਨਾ, ਜੁਗਤੀ ਸੋਹਣੀ ਦਲੀਲ, ਉਹ ਵੀ ਧਨ ਕਿਵੇਂ ਖੱਟਣਾ, ਕਿਵੇਂ ਕਮਾਉਣਾ, ਕਿਵੇਂ ਸਾਂਭਣਾ ਹੈ, ਉਹ ਵਿਧੀ ਜੁਗਤੀ ਦੱਸਣ ਲੱਗੇ ਆਪਣੇ ਵੱਲੋਂ ਮਹਾਰਾਜ ਜੀ ਨੂੰ। ਸੁਨਹੁ ਤਾਤ ਅਬ ਪਾਸਨ ਬੰਦਾ। ਪੁੱਤਰ ਗੁਰੂ ਨਾਨਕ ਸਾਹਿਬ ਵੇਖੋ, ਆ ਹੁਣ ਤੁਹਾਡਾ ਸੁਲੱਖਣੀ ਦੇ ਨਾਲ ਰਿਸ਼ਤਾ ਹੋ ਗਿਆ, ਵਿਆਹ ਹੋ ਗਿਆ ਹੈ। ਯਾ ਮਹਿਨਾਨਾ ਬਿਦ ਕੇ ਧੰਦਾ। ਇਸ ਕਰਕੇ ਪੁੱਤਰ ਹੁਣ ਤੁਸੀਂ ਗ੍ਰਸਤੀ ਹੋ ਗਏ ਹੋ, ਤੇ ਗ੍ਰਸਤ ਵਿੱਚ ਨਾ ਬਹੁਤ ਤਰ੍ਹਾਂ ਦੇ ਧੰਦੇ ਹੁੰਦੇ ਆ ਲੈਣ ਦੇਣ ਦੇ। ਬਹੁਤ ਬਿਤ ਇਕੱਤਰ ਸੋ ਕਰੀਏ। ਤੇ ਹੁਣ ਮੈਂ ਕਹਿਣਾ ਹਾਂ, ਜਾਓ ਸੁਲਤਾਨਪੁਰ ਮੋਦੀ ਖਾਨੇ ਦਾ ਕੰਮ ਕਰੋ, ਤੇ ਗ੍ਰਸਤ ਜੀਵਨ ਹੈ ਤੁਹਾਡਾ, ਪੈਸੇ ਦੀ ਜ਼ਰੂਰਤ ਬੜੀ ਹੈ, ਜਿਸ ਕਰਕੇ ਬਹੁਤਾ ਪੈਸਾ ਇਕੱਠਾ ਕਰੀਏ। ਪਰਿਵਾਰਨ ਕੋ ਖਰਚ ਵਿਚਰੀਏ। ਕਿਉਂਕਿ ਤੁਹਾਡਾ ਪਰਿਵਾਰ ਵੀ ਵੱਧ ਜਾਣਾ ਹੈ ਤੇ ਖਰਚੇ ਵੀ ਵੱਧ ਜਾਣੇ। ਇਸ ਕਰਕੇ ਪੁੱਤਰ ਜੀ ਪੈਸਾ ਕਮਾਈਏ, ਖਰਚ ਦਾ ਵਿਚਾਰ ਕਰੀਏ ਹੁਣ ਤੋਂ ਹੀ। ਪੂਰਬ ਕੀ ਉਦਾਰਤਾ ਤਿਆਗ ਹੋ। ਬਾਕੀ ਜਿਹੜੀ ਪਹਿਲਾਂ ਵਾਲੀ ਉਦਾਰਤਾ ਨਾ, ਖੁੱਲ੍ਹ ਦਿਲੀ, ਕਿ ਜਿਹੜਾ ਆਇਆ ਉਹਨੂੰ ਦੇ ਦਿੱਤਾ, ਜਿਹੜਾ ਆਇਆ ਉਹਨੂੰ ਦੇ ਦਿੱਤਾ, ਜੋ ਪੈਸਾ ਕੋਲ ਹੈ ਵੰਡ ਦਿੱਤਾ, ਉਹ ਉਦਾਰਤਾ ਪੁਣਾ ਛੱਡੋ ਹੁਣ। ਗ੍ਰਸਤੀ ਮਨੁਜ ਨਾ ਕੈ ਮਗ ਲੱਗ ਹੋ। ਗ੍ਰਸਤੀ ਮਨ ਜਨ ਕੀ ਮਗ ਲੱਗ ਹੋ। ਜਿਵੇਂ ਗ੍ਰਸਤੀ ਮਨੁੱਖ ਹੁੰਦੇ ਐ, ਉਹ ਕਿਵੇਂ ਮਰ ਕੇ ਕਮਾਈ ਕਰਦੇ ਆਪਣੇ ਟੱਬਰ ਟੀਰ ਵਾਸਤੇ, ਰਾਤ ਦਿਨ ਨਹੀਂ ਸੌਂਦੇ, ਔਖੇ ਹੋ ਕੇ ਕਮਾਈ ਕਰਦੇ ਜੀਵ ਜੰਤ ਵਾਸਤੇ। ਇਸੇ ਤਰ੍ਹਾਂ ਪੁੱਤਰ ਜੀ, ਜਿਵੇਂ ਗ੍ਰਸਤੀ ਮਨੁੱਖ ਲੱਗਦੇ ਨਾ ਆਪਣੇ ਕੰਮਾਂ ਵਿੱਚ, ਰਾਤ ਦਿਨ ਅੱਗਾ ਪਿੱਛਾ ਨਹੀਂ ਵਹਿੰਦੇ,
ਗ੍ਰਸਤੀਆਂ ਦੇ ਰਸਤੇ ਦੇ ਤੁਸੀਂ ਹੁਣ ਲੱਗ ਜੋ। ਧੰਨ ਪੁਰਖ ਸਭ ਮਹਿ ਪ੍ਰਧਾਨਾ। ਪੁੱਤਰ ਜੀ ਜਿਹੜਾ ਧਨੀ ਪੁਰਖ ਹੁੰਦਾ ਉਹ ਸਾਰਿਆਂ ਵਿੱਚ ਪ੍ਰਧਾਨ ਹੁੰਦਾ, ਉਹਨੂੰ ਲੋਕ ਬਹਿ ਜਾ ਖਲੋ ਜਾ ਕਹਿੰਦੇ ਹੈ। ਧਨੀ ਮੂਢ ਕੋ ਕਹਿਤ ਸੁਜਾਨਾ। ਜਿਹੜੇ ਹੈ ਨਾ ਧਨੀ ਪੁਰਸ਼ ਹੁਣ ਪੈਸੇ ਵਾਲੇ, ਪੈਸੇ ਵਾਲਾ ਮੂਰਖ ਹੋਵੇ ਤਾਂ ਉਹਨੂੰ ਵੀ ਲੋਕ ਸਿਆਣਾ ਕਹਿੰਦੇ ਹੈ। ਆਤ ਹੋਏ ਤਾਂ ਮੁਕਤ ਸਿਆਣਾ। ਮਹਾਰਾਜ ਜੀ ਦੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਆਉਂਦੇ ਹੈ ਕਿ ਆਤ ਹੋਏ ਤਾਂ ਮੁਕਤ ਸਿਆਣਾ। ਪੈਸਾ ਕੋਲ ਹੋਵੇ ਤੇ ਮੂਰਖ ਵੀ ਸਿਆਣਾ ਬਣ ਜਾਂਦਾ ਹੈ। ਲੋਕ ਉਹਨੂੰ ਕਹਿੰਦੇ ਹੈ ਬੜਾ ਬੰਦਾ ਜੀ, ਇਹਦੇ ਨਾਲ ਦਾ ਬੰਦਾ ਹੀ ਕੋਈ ਨਹੀਂ, ਕਿਉਂਕਿ ਉਹਦੇ ਕੋਲ ਪੈਸੇ ਹੈ, ਕਿਤੇ ਗਰਜ ਪੈ ਸਕਦੀ, ਜਿਹਦੇ ਕਰਕੇ ਲੋਕ ਢੰਡੋਰਾ ਪਿੱਟਦੇ ਆਪਣੇ ਵੱਲੋਂ। ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਇਹ ਵੀ ਆ ਸਿਆਣਾ ਦਾ ਬਚਨ ਹੈ ਕਿ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਹੋ ਜਾਂਦੇ ਆ। ਕਿ ਜਿਨ੍ਹਾਂ ਘਰ ਮਾਤੜਾ ਘਰ ਦਾਣੇ ਨਹੀਂ ਹੈ ਉਹਨਾਂ ਦੇ ਸਿਆਣੇ ਵੀ ਕਮਲੇ ਹੋ ਜਾਂਦੇ ਆ। ਤੇ ਪਿਤਾ ਜੀ ਹੁਣ ਉਹੀ ਸਿੱਖਿਆ ਦੇ ਰਿਹਾ ਜਿਵੇਂ ਲੌਕਿਕ ਰੀਤੀ ਹੈ। ਕਹਿੰਦੇ ਪੁੱਤਰ ਆ ਪੈਸੇ ਵਾਲਾ ਹੋਵੇ ਨਾ ਮਨੁੱਖ ਧਨੀ, ਜਿਹਦੇ ਕੋਲ 4 ਪੈਸੇ ਹੋਣ ਉਹਨੂੰ ਮੂਰਖ ਨੂੰ ਵੀ ਲੋਕ ਸਿਆਣਾ ਕਹਿੰਦੇ। ਕਹਿੰਦੇ ਬੜੀ ਗੱਲ ਕਰਦਾ ਪਤਾ ਇਹਨੂੰ। ਮਿਲ ਹੈ ਧਨੀ ਕੋ ਸਕਲ ਭਲਾਈ। ਉਹ ਸ਼ਾਹੂਕਾਰ ਧਨੀ ਪੁਰਸ਼ ਨੂੰ ਦੇ ਪੁੱਤਰ ਸਾਰਿਆਂ ਵੱਲੋਂ ਵਡਿਆਈ ਭਲਾਈ ਮਿਲਦੀ ਹੈ ਹਮੇਸ਼ਾ। ਧਨ ਬਿਨ ਕਾਰਜ ਹੁਵੈ ਨਹਿਰਾਈ। ਗੁਰੂ ਨਾਨਕ ਸਾਹਿਬ ਜੀ ਪੁੱਤਰ ਜੀ ਜੇ ਕਿਤੇ ਪੈਸਾ ਨਾ ਕੋਲ ਹੋਵੇ ਤੇ ਆ ਧਨ ਤੋਂ ਬਿਨਾ ਕੋਈ ਕੰਮ ਥੋੜਾ ਮਾਤਰ ਰਾਈ ਜਿੰਨਾ ਵੀ ਨਹੀਂ ਹੁੰਦਾ। ਜਿਉ ਤਨ ਨਿਭੈ ਪ੍ਰਾਨ ਆਧਾਰਾ। ਜਿਸ ਤਰ੍ਹਾਂ ਪ੍ਰਾਣਾ ਤੋਂ ਬਿਨਾ ਸਰੀਰ ਨਹੀਂ ਨਿਭਦਾ, ਪ੍ਰਾਣਾ ਦੇ ਸਹਾਰੇ ਸਰੀਰ ਨਿਭਦਾ ਹੈ, ਤਿਉ ਧਨ ਤੇ ਸਭ ਜਗ ਵਿਵਹਾਰਾ। ਇਸੇ ਤਰ੍ਹਾਂ ਪੈਸੇ ਨਾਲ ਹੀ ਸਾਰੇ ਜਗਤ ਦੇ ਵਿਹਾਰ ਹੁੰਦੇ, ਲੈਣ ਦੇਣ ਹੁੰਦੇ ਐ। ਬਹਿ ਜਾ ਖਲੋ ਜਾ ਲੋਕ ਕਹਿੰਦੇ ਐ, ਆਓ ਭਗਤ ਕਰਦੇ ਐ। ਧਨ ਤੋਂ ਬਿਨਾਂ ਤੇ ਕੋਈ ਕੰਮ ਨਹੀਂ ਹੁੰਦਾ ਪੁੱਤਰ। ਜਿਉ ਜਲਹੀਨ ਨਾ ਤਾਲ ਸੁਹਾਵਾ। ਜਿਵੇਂ ਤਲਾਅ ਹੋਵੇ ਇਹਦੇ 'ਚ ਜਲ ਨਾ ਹੋਵੇ ਤੇ ਉਹ ਸੋਹਣਾ ਨਹੀਂ ਲੱਗਦਾ। ਤਿਉ ਧਨ ਬਿਨ ਨਰ ਸ਼ੋਭ ਨਾ ਪਾਵਾ। ਇਸੇ ਤਰ੍ਹਾਂ ਮਨੁੱਖ ਪੈਸੇ ਤੋਂ ਬਿਨਾਂ ਸ਼ੋਭਾ ਨਹੀਂ ਪਾਉਂਦਾ। ਲੋਕ ਉਹਨੂੰ ਬਹਿ ਜਾ ਖਲੋ ਜਾ ਨਹੀਂ ਕਹਿੰਦੇ। ਸੁਜਲ ਮੇਘ ਬਿਨਾ ਜਿਉ ਕ੍ਰਿਖ ਨਾਹੀ। ਜਿਵੇਂ ਬੱਦਲ ਤੇ ਹੋਣ ਤੇ ਪਰ ਉਹ ਬੱਦਲ ਚਿੱਟੇ ਚਿੱਟੇ ਤੁਰੇ ਫਿਰਨ ਉੱਤੇ ਤੇ ਉਹ ਕਿਸ ਕੰਮ ਹੈ। ਜੇ ਜਲਾਂ ਦੇ ਸਹਿ ਭਾਵ ਪਾਣੀ ਵਾਲੇ ਨਹੀਂ ਹੈ ਬੱਦਲ ਤੇ ਪੁੱਤਰ ਖੇਤੀ ਨਹੀਂ ਹੁੰਦੀ ਹੈ। ਉਹ ਚਿੱਟੇ ਬੱਦਲ ਫੋਕੇ ਘੁੰਮਣ ਵਾਲੇ ਕਿਸ ਕੰਮ ਹਨ। ਧਨ ਬਹੀਨਾ ਤਿਉ ਬਨਜ ਨਾ ਆਹੀ। ਇਸੇ ਤਰ੍ਹਾਂ ਪੈਸੇ ਤੋਂ ਬਿਨਾ ਪੁੱਤਰ ਜੀ ਇਹ ਵਣਜ ਵਪਾਰ ਨਹੀਂ ਹੁੰਦੇ, ਬਿਜ਼ਨਸ ਨਹੀਂ ਹੁੰਦੇ। ਬਿਜ਼ਨਸ ਤਾਂ ਹੀ ਹੁੰਦੇ ਜੇ ਪੈਸਾ ਹੋਵੇ। ਸਾਡੀ ਗੱਲ ਹੈ ਵੀ ਪੈਸੇ ਨੂੰ ਪੈਸਾ ਖਿੱਚਦਾ ਹੈ। ਜਿਵੇਂ ਅਸੀਂ ਸਾਡੇ ਲੋਕਾਂ ਦੀ ਘਰ ਦੀ ਆਮ ਹੀ ਬੋਲੀ ਹੈ, ਉਸੇ ਤਰ੍ਹਾਂ ਦੀ ਬੋਲੀ ਵਿੱਚ ਹੀ ਪਿਤਾ ਕਲਿਆਣ ਚੰਦ ਮਹਾਰਾਜ ਨੂੰ ਸਮਝਾ ਬੁਝਾ ਰਹੇ ਹਨ। ਕਹਿੰਦੇ ਪੁੱਤਰ ਪੈਸੇ ਤੋਂ ਬਿਨਾਂ ਵਣਜ ਵਪਾਰ ਨਹੀਂ ਹੁੰਦੇ, ਆ ਬਿਜ਼ਨਸ ਨਹੀਂ ਹੁੰਦੇ। ਯਾ ਬਿਦ ਨਾਨਾ ਜੁਗਤ ਉਚਰ ਕੈ। ਇਸ ਤਰ੍ਹਾਂ ਨਾਲ ਬਹੁਤ ਤਰ੍ਹਾਂ ਦੀਆਂ ਜੁਗਤੀਆਂ ਦਲੀਲਾਂ ਨੂੰ ਉਚਾਰ ਕੇ ਕਹਿ ਕੇ ਸਮਝਾਵਤ ਕਾਲੂ ਹਿਤ ਕਰ ਕੈ। ਪਿਤਾ ਕਾਲੂ ਜੀ ਬੜਾ ਪ੍ਰੇਮ ਪਿਆਰ ਕਰਕੇ ਸਮਝਾਉਂਦੇ ਹੈ। ਰਾਵਰ ਭਾਖਤ ਬਚਨ ਜਥਾ ਜੀ। ਗੁਰੂ ਮਹਾਰਾਜ ਕਹਿਣ ਲੱਗੇ ਜਿਸ ਤਰ੍ਹਾਂ ਪਿਤਾ ਜੀ ਆਪ ਜੀ ਬਚਨ ਕਹਿੰਦੇ ਹੋ। ਭਲੀ ਬਾਤ ਪਿਤ ਕਰੋ ਤਥਾ ਜੀ। ਆਲੇ ਬੜੀ ਚੰਗੀ ਗੱਲ ਹੈ ਪਿਤਾ ਜੀ, ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜਿਸੇ ਤਰ੍ਹਾਂ ਤੁਸੀਂ ਕਹਿੰਦੇ ਹੋ। ਅਸ ਕਹਿ ਕੀਨੀ ਪੁਨ ਪਦ ਬੰਦਨਾ। ਇਸ ਤਰ੍ਹਾਂ ਕਹਿ ਕੇ ਪੁਨः ਗੁਰੂ ਜੀ ਨੇ ਚਰਨਾਂ ਤੇ ਪਿਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਗਮਨੇ ਮਾਰਗ ਦੋਖ ਨਿਕੰਦਨਾ। ਮਹਾਰਾਜ ਫਿਰ ਵੀ ਆਪਣੀ ਮੌਜ ਨਾਲ ਹੀ ਗੁਰੂ ਜੀ ਚੱਲਦੇ ਹੈ, ਪਰ ਫਿਰ ਵੀ ਗੁਰੂ ਜੀ ਸਾਹਮਣੇ ਪਿਤਾ ਜੀ ਦੇ ਕੁਝ ਨਹੀਂ ਬੋਲਦੇ।
ਆਪਣੇ ਮਾਤਾ ਪਿਤਾ ਜੀ ਦਾ ਦਿਲ ਨਹੀਂ ਢਾਉਂਦੇ ਬੋਲ ਕੇ, ਜਿਵੇਂ ਅਸੀਂ ਢਾ ਦਿੰਦੇ ਹਾਂ, ਫੱਟ ਮੂੰਹ 'ਤੇ ਗੱਲ ਮਾਰ ਦਿੰਦੇ ਹਾਂ। ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਹੈ, ਕਿਸੇ ਮਤ ਦੀ ਜ਼ਰੂਰਤ ਨਹੀਂ ਹੈ ਮਹਾਰਾਜ ਜੀ ਨੂੰ। ਪਿਤਾ ਜੀ ਦਾ ਦਿਲ ਰੱਖਣ ਵਾਸਤੇ ਤਾਂ ਵੀ ਕਹਿ ਦਿੰਦੇ ਅੱਗੋਂ, ਠੀਕ ਹੈ ਪਿਤਾ ਜੀ ਹੁਣ ਨਹੀਂ ਮੈਂ ਕਰਦਾ, ਜਿਵੇਂ ਤੁਸੀਂ ਕਹਿੰਦੇ ਉਸੇ ਤਰ੍ਹਾਂ ਹੀ ਕਰਾਂਗਾ, ਅਤੇ ਕਰਦੇ ਫਿਰ ਆਪਣੀ ਮੌਜ ਨਾਲ ਹੀ ਹੈ ਗੁਰੂ ਜੀ। ਪਰ ਸਿੱਖਿਆ ਹੈ ਸਾਨੂੰ ਵੀ ਫਟਾਫਟ ਮੂੰਹ ਦਾ ਜਵਾਬ ਨਹੀਂ ਮਾਰ ਦੇਣਾ ਹੈ, ਇਹ ਸੋਚਣਾ ਚਾਹੀਦਾ ਜਵਾਬ ਦੇਣ ਤੋਂ ਪਹਿਲਾਂ ਕਿ ਜਵਾਬ ਮੈਂ ਕਿਹਨੂੰ ਦੇ ਰਿਹਾ ਹਾਂ। ਮਾਰਗ ਗਮਣੇ ਮਾਰਗ ਦੁਖ ਨਿਕੰਦਨ, ਦੁੱਖਾਂ ਨੂੰ ਕੱਟਣ ਵਾਲੇ ਗੁਰੂ ਜੀ ਸੁਲਤਾਨਪੁਰ ਦੇ ਰਸਤੇ 'ਤੇ ਚਲੇ ਗਏ, ਚੱਲ ਪਏ ਹਨ। ਬੰਦ ਸੁਲੱਖਣੀ ਸਾਸੂ ਚਰਨਾ, ਮਾਤਾ ਸੁਲੱਖਣੀ ਜੀ ਨੇ ਆਪਣੀ ਸੱਸ ਮਾਤਾ ਤ੍ਰਿਪਤਾ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ ਹੈ। ਮਿਲਤ ਸਨੇਹ ਸੰਗ ਕਰ ਕਰੁਣਾ, ਮਾਤਾ ਤ੍ਰਿਪਤਾ ਜੀ ਬੜੀ ਕਿਰਪਾ ਦਇਆ ਕਰਕੇ ਤੇ ਬੜੇ ਮੋਹ ਪ੍ਰੇਮ ਵਿੱਚ ਆ ਕੇ ਮਿਲ ਰਹੇ ਹਨ ਆਪਣੀ ਨੂਰ ਰਾਣੀ ਨੂੰ। ਦਈ ਆਸਖਾ ਚਿਤ ਹਿਤਕਾਰੀ, ਚਿੱਤ ਵਿੱਚ ਬੜੇ ਪ੍ਰੇਮੀ ਪਿਆਰੇ ਹੋ ਕੇ ਅਸੀਸਾਂ ਦਿੱਤੀਆਂ, ਮੇਰੀ ਧੀਏ ਤੂੰ ਜਿੰਦੀ ਰਵੇਂ, ਵੱਡੀ ਉਮਰ ਹੋਵੇ ਤੇਰੀ, ਸਦਾ ਸੁਹਾਗ ਸਹਤ ਸੁਖ ਭਾਰੀ, ਤੂੰ ਸਦਾ ਸੁਹਾਗਣ ਰਹੇ, ਸਾਰੇ ਭਾਰੀ ਵੱਡੇ ਸੁੱਖਾਂ ਦੇ ਸਹਿਤ ਰਵੇਂ। ਭਾਗਵਾਨ ਸੁਤ ਕੀ ਹੋਵੈ ਮਾਤਾ, ਇਹ ਪੁੱਤਰੀ ਜੋ ਭਾਗਾਂ ਵਾਲਾ ਪੁੱਤਰ ਹੈ ਉਹ ਤੇਰੇ ਘਰ ਦੇ ਵਿੱਚ ਹੋਵੇ। ਪਤ ਕੀ ਪ੍ਰੀਤ ਰਹਿ ਸਭ ਭਾਂਤਾ, ਭਾਗਵਾਨ ਸੁਤ ਕੀ ਹੈ ਮਾਤਾ, ਤੂੰ ਜਿਹੜੇ ਵੱਡੇ ਭਾਗਾਂ ਵਾਲਾ ਪੁੱਤਰ ਹੈ ਨਾ ਉਹਦੀ ਤੂੰ ਕਿਸੇ ਸਮੇਂ ਮਾਂ ਹੋਵੇਂ। ਪਤ ਕੀ ਪ੍ਰੀਤ ਰਹਿ ਸਭ ਤਾਂ ਭਾਂਤਾ, ਸਭ ਤਰ੍ਹਾਂ ਦੇ ਨਾਲ ਪਤੀ ਭਾਵ ਮੇਰੇ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਦੀ ਤੁਹਾਡੇ ਨਾਲ ਸਦਾ ਪ੍ਰੀਤੀ ਰਹੇ, ਤੁਹਾਡਾ ਸਦਾ ਹੀ ਆਪਸ ਵਿੱਚ ਪ੍ਰੇਮ ਪਿਆਰ ਬਣਿਆ ਰਹੇ। ਚੜ ਡੋਰੇ ਗਮਨੇ ਮਗ ਮਾਹੀ, ਇਸ ਤਰ੍ਹਾਂ ਮਿਲ ਜੁਲ ਕੇ ਮਾਤਾ ਜੀ ਡੋਲੇ ਤੇ ਚੜੇ ਐ ਤੇ ਰਸਤੇ ਵਿੱਚ ਚੱਲ ਪਏ ਹਨ। ਦੋਹੇ ਦੇਸ਼ ਬਿਸ਼ਰਨ ਜਿਨ ਹਿਤ ਨਾਹੀ, ਦੋਹੇ ਤਰਫਾਂ ਤੋਂ ਨਾ ਮਾਤਾ ਜੀ ਵਿਛੜਨਾ ਚਾਹੁੰਦੇ ਐ, ਨਾ ਮਾਤਾ ਸੁਲੱਖਣੀ ਜੀ ਵਿਛੜਨਾ ਚਾਹੁੰਦੇ ਐ, ਦੋਹਾਂ ਤਰਫਾਂ ਤੋਂ ਵਿਛੜਨਾ ਚੰਗਾ ਨਹੀਂ ਲੱਗ ਰਿਹਾ। ਕਰਮ ਕਰਮ ਪਹੁੰਚੇ ਪੁਰ ਸੁਲਤਾਨਾ, ਹੌਲੀ ਹੌਲੀ ਚਲਦਿਆਂ ਸੁਲਤਾਨਪੁਰ ਨਗਰੀ ਵਿੱਚ ਪਹੁੰਚੇ ਹੈ। ਦੀਨ ਦਾਨ ਦਾ ਦਇਆ ਨਿਦਾਨਾ, ਜੋ ਗਰੀਬਾਂ ਨੂੰ ਦਾਨ ਦੇਣ ਵਿੱਚ ਬੜੇ ਦਾਤੇ ਮਹਾਰਾਜ ਜੀ ਤੇ ਦਇਆ ਦੇ ਖਜ਼ਾਨੇ ਹੈ ਗੁਰੂ ਨਾਨਕ ਸਾਹਿਬ ਜੀ। ਧਾਮ ਜਰਾਮ ਨਾਨਕੀ ਦੋਵੇਂ ਹੀ ਮਾਤਾ ਨਾਨਕੀ ਜੀ ਤੇ ਭਾਈਆ ਜੈ ਰਾਮ ਜੀ ਦੋਵੇਂ ਜਾਣਿਆਂ ਦੇ ਘਰ ਤੇ ਦੋਵੇਂ ਹੀ ਭਾਵ ਮਾਤਾ ਸੁਲੱਖਣੀ ਜੀ ਤੇ ਗੁਰੂ ਨਾਨਕ ਸਾਹਿਬ ਜੀ। ਬਦਨ ਬਿਲੋਕਤ ਹਰਖੇ ਸੋ, ਦੋਵਾਂ ਜੀਆਂ ਨੇ ਭੈਣ ਤੇ ਭਣਵਈਏ ਨੇ ਵੇਖਿਆ ਵੀ ਮਹਾਰਾਜ ਜੀ ਆ ਗਏ ਐ ਤੇ ਵੇਖ ਕਰਕੇ ਬੜਾ ਖੁਸ਼ ਹੋਏ ਸਤਿਗੁਰ ਜੀ ਦਾ ਮੁਖ ਦੇਖ ਕੇ। ਸਾਦਰ ਦੌਰ ਕਰੀ ਪਦ ਬੰਦਨਾ, ਗੁਰੂ ਮਹਾਰਾਜ ਨੇ ਬੜੇ ਸਨਮਾਨ ਨਾਲ ਦੌੜ ਕਰਕੇ ਨਮਸਕਾਰ ਕਰਨਾ ਕੀਤੀ ਹੈ। ਕਰ ਪਕਰੇ ਯੁਗ ਦੁਖ ਨਿਕੰਦਨਾ, ਦੁੱਖਾਂ ਨੂੰ ਕੱਟਣ ਵਾਲੇ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੇ ਦੋਵੇਂ ਜਿਹੜੇ ਹੱਥ ਹੈ ਭੈਣ ਜੀ ਨੇ ਪਕੜ ਲਏ ਵੀ ਮਹਾਰਾਜ ਤੁਹਾਡਾ ਨਹੀਂ ਬਣਦਾ ਹੈ ਮੱਥਾ ਟੇਕਣਾ। ਇਹ ਤੁਕਾਂ ਦਾ ਅਰਥ ਐਵੇਂ ਵੀ ਲੱਗ ਜਾਂਦਾ ਹੈ ਗੁਰੂ ਜੀ ਤੇ ਸਤਿਕਾਰ ਵਜੋਂ ਮੱਥਾ ਟੇਕਦੇ ਵੀ ਸਾਡੇ ਭੈਣ ਜੀ ਵੱਡੇ ਹਨ, ਤੇ ਇਧਰੋਂ ਭੈਣ ਨਾਨਕੀ ਜੀ ਸਮਝਦੇ ਵੀ ਗੁਰੂ ਨਾਨਕ ਸਾਹਿਬ ਮੇਰੇ ਭਰਾ ਨੇ ਤੇ ਪਰਮੇਸ਼ਰ ਹਨ, ਜਿਹਦੇ ਕਰਕੇ ਇਹ ਅਰਥ ਐਵੇਂ ਵੀ ਲੱਗਦਾ ਹੈ ਸਾਦਰ ਦੌਰ ਕਰੀ ਪਦ ਬੰਧਨ। ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਦੇਖਿਆ ਬੜੇ ਸਨਮਾਨ ਨਾਲ ਜਾ ਕੇ ਨਮਸਕਾਰ ਕੀਤੀ ਹੈ ਭੈਣ ਜੀ ਨੇ, ਤੇ ਕਰ ਪਕੜੇ ਜੁਗ ਦੁਖ ਨਿਕੰਦਨ, ਦੁੱਖਾਂ ਨੂੰ ਕੱਟਣ ਵਾਲੇ ਮਹਾਰਾਜ ਨੇ ਆਪਣੇ ਭੈਣ ਨਾਨਕੀ ਜੀ ਦੇ ਦੋਵੇਂ ਹੱਥ ਫੜ ਲਏ ਹੈ ਕਿ ਭੈਣ ਜੀ ਤੁਸੀਂ ਤੇ ਵੱਡੇ ਹੋ, ਇਸ ਤਰ੍ਹਾਂ ਨਾ ਕਰੋ। ਕੁਸ਼ਲ ਪ੍ਰਸ਼ਨ ਕਰ ਮੰਚ ਪਰ ਬੈਸੇ, ਪਲੰਘ ਉੱਪਰ ਬੈਠ ਗਏ ਹੈ ਤੇ ਆਨੰਦ ਸੁਖ ਪੁੱਛਣਾ ਕੀਤੀ ਹੈ।
ਦਿਓ ਸੁਸਾਸੋ ਨਹਿਰ ਸੰਦੇਸੇ। ਜਿਹੜੇ ਪੇਕਿਆਂ ਤੋਂ ਸਨੇਹ ਸੰਦੇਸ਼ੇ ਆਏ ਸੀ ਉਹ ਸਾਰੇ ਦਿੱਤੇ ਆ ਮਹਾਰਾਜ ਜੀ ਨੇ। ਬਹੁਲ ਸੁਲਖਣੀ ਪਰਵਿਸ਼ੀ ਸਦਨਾ। ਮੁੜ ਕੇ ਇੰਨੇ ਚਿਰ ਨੂੰ ਡੋਲਾ ਵੀ ਆ ਗਿਆ ਮਾਤਾ ਸੁਲੱਖਣੀ ਜੀ ਦਾ, ਤੇ ਘਰ ਦੇ ਦਰਵਾਜ਼ੇ ਤੇ ਪ੍ਰਵੇਸ਼ ਕੀਤਾ ਹੈ। ਬਿਗਸਿਓ ਕਮਲ ਨਾਨਕੀ ਬਦਨਾ। ਵੀ ਮੇਰੀ ਭਰਜਾਈ ਆ ਗਈ ਹੈ। ਭੈਣ ਨਾਨਕੀ ਜੀ ਵੇਖ ਕੇ ਕਮਲ ਵਰਗਾ ਮੁਖ ਖਿੜ ਗਿਆ ਹੈ। ਬੰਧਨ ਕਰਤ ਲੀਨ ਗਲ ਲਾਈ। ਮਾਤਾ ਸੁਲੱਖਣੀ ਜੀ ਦੇ ਭੈਣ ਨਾਨਕੀ ਜੀ ਨੂੰ ਮੱਥਾ ਟੇਕਣ ਲੱਗੇ ਆ। ਮੱਥਾ ਟੇਕਣ ਨਹੀਂ ਦਿੱਤਾ। ਨਮਸਕਾਰ ਕਰਦਿਆਂ ਤਾਂ ਨੂੰ ਕਰਕੇ ਆਪਣੇ ਗਲ ਨਾਲ ਲਾ ਲਿਆ ਹੈ। ਜਨਮ ਰੰਕ ਜਾਂ ਨਵਨਿਧ ਪਾਈ। ਮਾਨੋ ਕੋਈ ਜਨਮ ਤੋਂ ਕੰਗਾਲ ਹੋਵੇ ਤੇ 9 ਨਿਧੀਆਂ ਖਜ਼ਾਨੇ ਪਾ ਲਵੇ। ਪੀੜਾ ਸੁੰਦਰ ਸਦਨ ਟਸਾਵਾ। ਪੀੜਾ ਨਹੀਂ ਪੀੜਾ। ਪੀੜਾ ਅੰਦਰ ਸਦਨ ਡਸਾਵਾ। ਪੀੜਾ ਸੁੰਦਰ ਸਦਨ ਡਸਾਵਾ। ਸੁੰਦਰ ਜਿਹੜਾ ਘਰ ਦੇ ਵਿੱਚ ਪੀੜਾ ਹੈ ਪਲੰਗ ਉਹ ਡਾਉਣਾ ਕੀਤਾ। ਤਾਂ ਪਰ ਕਲਪਾਲ ਚਿਰ ਬਸਾਵਾ। ਉਹ ਸੁੰਦਰ ਪਲੰਗ ਦੇ ਉੱਪਰ ਸੋਹਣਾ ਜਿਹੜਾ ਤਲਪਾ ਵਿਛਾਈ ਹੈ ਉਹ ਵਿਛਾਉਣਾ ਕੀਤੀ ਤੇ ਮਾਤਾ ਜੀ ਨੂੰ ਬਿਠਾਇਆ ਹੈ ਉੱਪਰ। ਸੁਨੀਏ ਸ੍ਰੀ ਅੰਗਦ ਕਹਿ ਬਾਲਾ। ਭਾਈ ਬਾਲਾ ਜੀ ਕਹਿਣ ਲੱਗੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਵੀ ਕਥਾ ਸੁਣੀਏ। ਓ ਸੁਨ ਸੁਧ ਆਪਨ ਤਤਕਾਲਾ। ਮੈਂ ਮਹਾਰਾਜ ਹੱਟ ਵਿੱਚ ਬੈਠਾ ਸੀ ਜਦੋਂ ਖਬਰ ਸੁਣੀ ਹੈ ਗੁਰੂ ਜੀ ਦੇ ਆਉਣ ਦੀ ਬੜੀ ਛੇਤੀ। ਗਮਨਿਓ ਜਹ ਬੈਸੇ ਗਤ ਦਾਈ। ਮੁਕਤੀ ਨੂੰ ਦੇਣ ਵਾਲੇ ਜਿੱਥੇ ਬੈਠੇ ਹੋਏ ਸੀ ਮੈਂ ਉੱਥੇ ਚਲਿਆ ਗਿਆ। ਦਰਸ ਹਿਰਦੇ ਲਾਲਸ ਅਧਕਾਈ। ਕਿਉਂਕਿ ਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਕੀਤਿਆਂ 1 ਮਹੀਨਾ ਹੋ ਗਿਆ ਸੀ। ਬੜੀ ਚਾਹਨਾ ਸੀ ਮੈਨੂੰ। ਜਬ ਹੈ ਬਿਲੋਕੇ ਬੇਦੀ ਨੰਦਨਾ। ਜਦੋਂ ਮੈਂ ਵੇਖਿਆ ਕਿ ਬੇਦੀਆਂ ਦੇ ਕੁਲ ਦੇ ਨੰਦਨ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ ਐ ਤੇ ਨੇੜੇ ਜਾ ਕੇ ਵੇਖੇ। ਪਾਦ ਅਰਬਿੰਦ ਹੈ ਕੀਨੀ ਬੰਦਨਾ। ਮੈਂ ਗੁਰੂ ਜੀ ਦੇ ਚਰਨ ਕਮਲਾਂ ਉੱਪਰ ਜਾ ਕੇ ਮੱਥਾ ਟੇਕਿਆ। ਚਿਤ ਕਰਤਾਰ ਰਹਿ ਕਹਿਬਾਨੀ। ਅੱਗੋਂ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਬਾਲਾ ਤੈਨੂੰ ਚਿੱਤ ਦੇ ਵਿੱਚ ਕਰਤਾਰ ਸਦਾ ਚੇਤੇ ਯਾਦ ਰਹੇ। ਕੁਸ਼ਲ ਬੋਝ ਬਹੁ ਕਰੁਣਾ ਠਾਨੀ। ਤੇ ਮੈਨੂੰ ਆਨੰਦ ਸੁਖ ਸਾਧ ਪੁੱਛੀ ਹੈ ਵੀ ਕਿਵੇਂ ਰਹੇ ਹੋ। ਬੜੀ ਕਿਰਪਾ ਕੀਤੀ ਹੈ। ਹਾਂ ਬੋਲਿਓ ਨਿਤ ਕੁਸ਼ਲ ਹੈ ਮੇਰੇ। ਮੈਂ ਕਿਹਾ ਮਹਾਰਾਜ ਸੱਚਾ ਪਾਤਸ਼ਾਹ ਤੁਹਾਡੀ ਮਿਹਰ ਨਾਲ ਮੈਨੂੰ ਤੇ ਸਦਾ ਹੀ ਸੁਖ ਸਾਂਦੀ ਬਣੀ ਹੋਈ ਹੈ। ਕਰੇ ਨਿਕੰਦਨ ਦੁਖ ਇੱਕ ਵੇਰੇ। ਤੁਸੀਂ ਦੇ ਗੁਰੂ ਜੀ ਇੱਕੇ ਵਾਰੀ ਮਿਹਰ ਕਰਕੇ ਜਿੰਨੇ ਵੀ ਮੇਰੇ ਦੁੱਖ ਹੈ ਉਹ ਤੇ ਕੱਟ ਹੀ ਦਿੱਤੇ ਹੈ। ਧਿਆਨ ਤੁਮਾਰੋ ਹਿਰਦੇ ਬਸਾਵਾ। ਮੈਂ ਤੇ ਆਪ ਜੀ ਦਾ ਜਿਹੜਾ ਧਿਆਨ ਹੈ ਸਦਾ ਹਿਰਦੇ ਵਿੱਚ ਵਸਾਇਆ ਹੋਇਆ ਹੈ। ਤੀਨ ਤਾਪ ਤਨ ਸੋਹਨ ਨਾ ਪਾਵਾ। ਜਿਸ ਕਰਕੇ ਤਿੰਨੇ ਤਾਪ ਆਦਿ ਵਿਆਧੀ ਉਪਾਧੀ ਮਨ ਦੇ ਰੋਗ ਸਰੀਰ ਦੇ ਰੋਗ ਬਾਣੀ ਦੇ ਰੋਗ ਮੈਨੂੰ ਛੋਹ ਨਹੀਂ ਪਾ ਰਹੇ। ਉਹ ਨਹੀਂ ਛੋਹ ਸਕਦੇ ਕਿਉਂਕਿ ਮੈਂ ਤੁਹਾਡਾ ਸਰੂਪ ਗੁਰੂ ਜੀ ਹਿਰਦੇ ਵਿੱਚ ਧਾਰਿਆ ਹੋਇਆ ਹੈ। ਪ੍ਰੇਮੀ ਹੋਤੇ ਨਗਰ ਕੇ ਜੇ। ਸੁਲਤਾਨਪੁਰ ਨਗਰ ਦੇ ਜਿਹੜੇ ਪ੍ਰੇਮ ਕਰਨ ਵਾਲੇ ਕੋਈ ਪ੍ਰੇਮੀ ਹੈ ਸੀ। ਦਰਸ਼ਨ ਕਰਨ ਆਏ ਸਭ ਤੇਈ। ਉਹ ਸਾਰੇ ਗੁਰੂ ਨਾਨਕ ਦੇਵ ਮਹਾਰਾਜ ਦਰਸ਼ਨ ਕਰਨ ਵਾਸਤੇ ਆਏ ਹੈ। ਬੰਦਹ ਪਦ ਅਰਬਿੰਦ ਮੁਕੰਦਾ। ਮੁਕਤੀ ਦਾਤਾ ਸਤਿਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਨਮਸਕਾਰਾਂ ਕਰਦੇ ਐ ਸਾਰੇ ਆ ਕੇ। ਸਨਮਾਨ ਸਭ ਕੋ ਸੁਖ ਕੰਦਾ। ਸੁੱਖਾਂ ਦੇ ਦਾਤੇ ਸੁੱਖਾਂ ਦੇ ਬੱਦਲ ਗੁਰੂ ਮਹਾਰਾਜ ਜੀ ਸਭ ਦਾ ਹੀ ਆਦਰ ਸਨਮਾਨ ਕਰਦੇ ਹੈ। ਅਸ ਬਿਦ ਬਾਸੁਰ ਸਰਬ ਬਿਤਾਵਾ। ਇਸ ਤਰ੍ਹਾਂ ਮਹਾਰਾਜ ਅਸਾਂ ਨੇ ਇੱਕ ਦਿਨ ਪੂਰਾ ਬਿਤਾ ਦਿੱਤਾ। ਭਈ ਪਰਦੋਖ ਤਿਮਰ ਨਭ ਸ਼ਾਵਾ। ਸੰਧਿਆ ਹੋ ਗਈ ਸ਼ਾਮ ਹੋ ਗਈ ਤੇ ਆਕਾਸ਼ ਵਿੱਚ ਹਨੇਰਾ ਛਾ ਗਿਆ। ਨਾਨਾ ਰਸ ਵਿਅੰਜਨ ਕਰਵਾਏ। ਭੈਣ ਨਾਨਕੀ ਜੀ ਨੇ ਨਾਨਾ ਤਰ੍ਹਾਂ ਦੇ ਜਿਹੜੇ ਭੋਜਨ ਹੈ ਬੜੇ ਰਸ ਵਾਲੇ
ਤਿਆਰ ਕਰਵਾਏ। ਨਿਕਟ ਨਾਨਕੀ ਬੈਸ ਜਿਵਾਏ। ਭੈਣ ਨਾਨਕੀ ਜੀ ਨੂੰ ਬੜਾ ਚਾਅ ਵੀ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਆਏ ਹੈ, ਕੋਲ ਬੈਠ ਕੇ ਸਾਰੇ ਛਕਾਏ ਹੈ। ਰੈਨ ਵਿਖੇ ਸੈਨੰ ਪੁਨ ਕੀਨੀ। ਰਾਤ ਦੇ ਵਿੱਚ ਸਤਿਗੁਰ ਜੀ ਨੇ ਬਿਰਾਜਣਾ ਕੀਤਾ। ਬਹੁ ਕਿੰਕਰ ਕੋ ਜਿਨ ਗਤ ਦੀਨੀ। ਜਿਨ੍ਹਾਂ ਸਤਿਗੁਰਾਂ ਨੇ ਆਪਣੇ ਬਹੁਤੇ ਦਾਸਾਂ ਨੂੰ ਮੁਕਤੀ ਦਾ ਦਾਨ ਦਿੱਤਾ ਹੈ। ਸਵਾ ਜਾਮ ਨਿਸ ਤਜੀ ਗੁੜਾਕਾ। ਜਦੋਂ ਪੈਰ ਰਾਤ ਰਹਿ ਗਈ, ਭਾਵ 2:30 ਵਜੇ ਦਾ ਸਮਾਂ ਹੋ ਗਿਆ, ਮਹਾਰਾਜ ਨੇ ਜਿਹੜੀ ਨੀਂਦ ਉਹ ਛੱਡੀ ਹੈ। ਉੱਠੇ ਸਾਤ ਦਾ ਦਰਸ਼ਨ ਜਾਂਕਾ। ਜਿਨ੍ਹਾਂ ਦਾ ਦਰਸ਼ਨ ਸ਼ਾਂਤੀ ਦਾ ਦਾਨ ਦੇਣ ਵਾਲਾ ਉੱਠੇ ਹੈ ਮਹਾਰਾਜ ਜੀ। ਸਭ ਹੈ ਸੋਚ ਸੌਕੀਨ ਸਨਾਨਾ। ਫਿਰ ਸਾਰੀ ਸੋਚਾਚਾਰ ਕੀਤਾ, ਮੈਦਾਨ ਜੰਗਲ ਜਾ ਕੇ ਤੇ ਦਾਤਨ ਆਦਿਕ ਦੀ ਕਿਰਿਆ ਕਰਕੇ ਇਸ਼ਨਾਨ ਕੀਤਾ। ਮਹਾਰਾਜ ਜੀ ਨੇ ਸੋਚ ਕੀਤੀ ਹੈ। ਆਸਨ ਕਰ ਬੈਸੇ ਨਿਜ ਧਿਆਨਾ। ਆਸਣ ਲਾ ਕਰਕੇ ਤੇ ਆਪਣੇ ਨਿੱਜੀ ਸਰੂਪ ਦਾ ਧਿਆਨ ਕਰਕੇ ਬੈਠ ਗਏ। ਤਿਮਰ ਨਸੇ ਹੋਈ ਜਬ ਭੋਰਾ। ਜਦੋਂ ਆ ਸਵੇਰ ਹਨੇਰਾ ਨੱਠ ਗਿਆ ਹੈ, ਰਾਤ ਚਲੀ ਗਈ ਹੈ ਤੇ ਸਵੇਰ ਹੋਈ ਹੈ, ਉਹ ਫਟਾਲਾ ਜਾ ਫੁੱਟਿਆ ਹੈ। ਗਵਨੇ ਬਹਰ ਨਿਖਦਿਆ ਓਰਾ। ਮਹਾਰਾਜ ਆਪਣੀ ਹੱਟ ਦੀ ਤਰਫ ਨੂੰ ਮੁੜ ਚਲੇ ਗਏ। ਕਰਨੇ ਲੱਗੇ ਬੈਸ ਕ੍ਰਿਤ ਮੋਦੀ। ਬੈਠ ਕਰਕੇ ਜਿਹੜੀ ਮੋਦੀ ਖਾਨੇ ਦਾ ਕਿਰਤ ਹੈ, ਕੰਮ ਉਹਨੂੰ ਕਰਨ ਲੱਗੇ ਮਹਾਰਾਜ ਜੀ। ਲੈਨ ਦੇਨ ਕੇ ਜਿਉ ਨ੍ਰਿਪ ਲੋਦੀ। ਜਿਵੇਂ ਰਾਜੇ ਨਾਲ ਲੋਧੀ ਨਵਾਬ ਨਾਲ ਨਾ ਵੀ ਲੈਣ ਦੇਣ ਸੀ, ਉਹ ਵੀ ਕਰਨ ਲੱਗੇ। ਕਰਤ ਕਿਤਕ ਜਬ ਕਾਲ ਬਿਤਾਵਾ। ਮੋਦੀ ਖਾਨੇ ਦਾ ਕੰਮ ਕਰਦਿਆਂ ਜਦੋਂ ਕੁਝ ਕੁ ਸਮਾਂ ਬਿਤਾਇਆ, ਲੈਨ ਸੁਤਾ ਨਿਜ ਮੂਲਾ ਆਵਾ। ਗੁਰੂ ਜੀ ਦੇ ਜਿਹੜੇ ਸਹੁਰਾ ਮੂਲ ਚੰਦ ਜੀ ਪੱਖੋਂ ਕੇ ਰੰਧਾਵਾ ਤੋਂ ਲੈਣ ਵਾਸਤੇ ਆਪਣੀ ਪੁੱਤਰੀ ਨੂੰ ਉਹ ਵੀ ਆ ਗਏ ਸੁਲਤਾਨਪੁਰ। ਜਿਵੇਂ ਉਹ ਮਾਤਾ ਜੀ ਨੂੰ ਲੈ ਕੇ ਜਾਣਗੇ, ਉਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਆਪਾਂ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ ਹੈ ਜੀ। ਕਰਨੇ ਲੱਗੇ ਬੈਸ ਕ੍ਰਿਤ ਮੋਦੀ। ਲੈਨ ਦੇਨ ਕੇ ਜਿਉ ਨ੍ਰਿਪ ਲੋਦੀ। ਕਰਤ ਕਿਤਕ ਜਬ ਕਾਲ ਬਿਤਾਵਾ। ਲੈਨ ਸੁਤਾ ਨਿਜ ਮੂਲਾ ਆਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।